बिघ्नन के नाशक बिघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाए बहोरी गुर तेग बहादुर परम कृपाला परम कृपाला श्री गुरु गोबिंद सिंह विशाला तरों तरा पर पुन पुन सीसा पुन पुन सीसा बंदों बार बार जगदीसा जिसमें है अमृत ज्ञान है माणिक भगत वैराग श्री गुरु ग्रंथ साहिब उदध बंदों कर अनुराग श्री गुर शब्द कमाए जिन जीते पंच विकार तिन संतन का बंदना सिर चरणन पर तार एक अंकारा सतगुरु तिह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए सतनाम श्री वाहिगुरु साहिब जी रुते जहाँ श्री तेग बहादुर तूरन गयो पहुँच बहादुर बहु उत्सव सगरे दल पयो बिसन सिंह राजे मुद कियो वाहिगुरु जी का खालसा वाहिगुरु जी की फतेह जुगो जुग अटल चवर छत्र तखत दे मालक राजान राज भानान पहान देवान देव उपमा महान कोट ब्रह्मंडा दे मालिक जागदी जोत जाहरा जहूर हाजरा हजूर सर्ब कला भरपूर जगत गुरु धन धन सतगुरु श्री गुरु ग्रंथ साहिब महाराज जी दी साज निवाजी गुरु रूप गुरु प्यारी साध संगत जियो तही प्रकाश हमारा भयो पटना शहर बिखै भव लयो हम एह काज जगत मों आए धर्म हेत गुरदेव पठाए जहाँ तहाँ तुम धर्म बिथारो दुष्ट दोखियन पकर पछारो याही काज धरा हम जन्मं समझ लेहो साधु सब मनमंग धर्म चलावन संत उबारन दुष्ट सबन को मूल उपाड़न धन धन कलगीधर पिता बाला प्रीतम सरबंस दानी कादरे हरकार गुरु गोबिंद सिंह बेकसारा यार गुरु
ਗੋਬਿੰਦ ਸਿੰਘ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਾਮ ਵੇਲੇ ਦੇ ਅੰਮ੍ਰਿਤਮਈ ਦੀਵਾਨ ਸਜ ਰਹੇ ਨੇ। ਸ੍ਰੀ ਰਹਿਰਾਸ ਸਾਹਿਬ ਦਾ ਪਾਠ, ਆਰਤੀ ਆਰਤਾ ਅਰਦਾਸ ਉਪਰੰਤ ਸਤਿਗੁਰਾਂ ਦੇ ਪਾਵਨ ਮੁਖਵਾਕ ਆਪ ਜੀਆਂ ਨੇ ਬੜੇ ਹੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ ਹਨ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਉਤਸਵ ਦੀ ਕਥਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਰੰਭ ਹੋ ਚੁੱਕੀ ਹੈ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਹੋਏ ਨੇ। ਕੱਲ੍ਹ ਦੇ ਦੀਵਾਨ ਦੇ ਵਿੱਚ ਆਪ ਜੀਆਂ ਨੇ ਮਾਣਯੋਗ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਪਾਸੋਂ ਬੜੇ ਹੀ ਪਿਆਰ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਲਗੀਧਰ ਪਿਤਾ ਸਰਬੰਸ ਸੁਦਾਨੀ ਅੰਮ੍ਰਿਤ ਕੇ ਦਾਤੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਬੜੀ ਹੀ ਰਸਭਿੰਨੀ ਕਥਾ ਨੂੰ ਆਪ ਜੀਆਂ ਨੇ ਬੜੇ ਪਿਆਰ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਸਤਿਗੁਰੂ ਸਾਹਿਬ ਜੀ ਇਸ ਸੰਸਾਰ ਦੇ ਵਿੱਚ ਜਿੱਥੇ ਹੋਰ ਅਵਤਾਰ ਹੋਏ ਨੇ, ਜਿਵੇਂ 24 ਅਵਤਾਰ ਵਿਸ਼ਨੂੰ ਦੇ ਮੰਨਦੇ ਹਾਂ, 11 ਰੁਦਰ ਅਵਤਾਰ ਮੰਨਦੇ ਹਾਂ, 7 ਬ੍ਰਹਮਾ ਦੇ ਅਵਤਾਰ ਮੰਨਦੇ ਹਾਂ। ਸਤਿਗੁਰੂ ਸਾਹਿਬ ਜੀ ਇਹਨਾਂ ਅਵਤਾਰਾਂ ਨਾਲੋਂ ਵਿਸ਼ੇਸ਼ ਅਵਤਾਰ ਨੇ, ਪੂਰਨ ਅਵਤਾਰ ਨੇ, ਜਿਸ ਬਾਬਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਹੀ ਆਪਣੀ ਮੁਕੱਦਸ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ। ਇਹ ਬਿਦ ਕਰਤ ਤਪੱਸਿਆ ਭਇਓ, ਦਵੈਤੇ ਏਕ ਰੂਪ ਹੋਇ ਗਇਓ। ਅਸੀਂ ਇੰਨੀ ਬੰਦਗੀ ਕੀਤੀ, ਇੰਨੀ ਪ੍ਰੇਮਾ ਭਗਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਦੀ ਕਿ ਭਗਤੀ ਕਰਦਿਆਂ 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 ਦਵੈ ਤੋਂ, ਦੋ ਤੋਂ ਅਸੀਂ ਇੱਕ ਹੋ ਗਏ। ਦੋ ਭਾਵ ਇੱਕ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਬ੍ਰਹਮ ਅਤੇ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਰਗੁਣ ਬ੍ਰਹਮ। ਨਿਰਗੁਣ ਅਤੇ ਸਰਗੁਣ ਇਹ ਦੋਵੇਂ ਇੱਕ ਰੂਪ ਹੋ ਗਏ। ਜਦੋਂ ਅਸੀਂ ਜਾਪ ਸਾਹਿਬ ਦੀ ਕਥਾ ਵਿਚਾਰਦੇ ਹਾਂ, ਉਦੋਂ ਸਾਧ ਸੰਗਤ ਜੀ ਉਥਾਨਕਾ ਦੇ ਵਿੱਚ ਵਿਦਵਾਨਾਂ ਨੇ ਲਿਖਿਆ ਹੈ ਕਿ ਜਿਵੇਂ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਉਚਾਰਨ ਕੀਤੀ ਹੈ, ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਜਾਪ ਸਾਹਿਬ ਉਚਾਰਨ ਕੀਤਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ ਅਤੇ ਸਤਿਗੁਰੂ ਸਾਹਿਬ ਜੀ ਸਮੇਂ ਦੀ ਨਜ਼ਾਕਤ ਨੂੰ ਵੇਖ ਕਰਕੇ ਜਿਹੋ ਜਿਹਾ ਸਮਾਂ ਧਰਤੀ ਦੇ ਉੱਤੇ ਬਣ ਆਉਂਦਾ ਹੈ, ਉਸ ਤਰ੍ਹਾਂ ਦਾ ਅਕਾਲ ਪੁਰਖ ਵਾਹਿਗੁਰੂ ਅਵਤਾਰ ਧਾਰਨ ਕਰਦੇ ਨੇ ਧਰਤੀ ਦੇ ਉੱਤੇ। ਗੀਤਾ ਵਿੱਚ ਵੀ ਕ੍ਰਿਸ਼ਨ ਜੀ ਲਿਖਦੇ ਨੇ, ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤ ਅਭਿਯੁਧਿਆਨਮ ਅਧਰਮਸਯ ਤਦਾਤਮਾਨਮ ਸ੍ਰਿਜਾਮਿਹਮ ਪਰਿਤ੍ਰਾਣਾయ ਸਾਧੂਨਾਮ ਵਿਨਾਸ਼ਾయ ਚ ਦੁਸ਼ਕ੍ਰਿਤਾਮ ਧਰਮ ਸੰਸਥਾਪਨਾਰਥਾय ਸੰਭਵਾਨੀ ਯੁਗੇ ਯੁਗੇ।
ਸੰਭਵਾਨੀ ਦਾ ਭਾਵ ਸਵੈ ਭੰਗ ਸੁਤੇ ਸਿਧ। ਅਕਾਲ ਪੁਰਖ ਵਾਹਿਗੁਰੂ ਜਿਹਨੂੰ ਸਹਿ ਭੰਗ ਆਪਾਂ ਕਹਿੰਦੇ ਹਾਂ, ਉਹ ਸਾਧ ਸੰਗਤ ਜੀ ਯੁਗੇ ਯੁਗੇ ਯੁਗ ਯੁਗ ਵਿੱਚ, ਜਿਹਨੂੰ ਆਪਾਂ ਰਹਿਰਾਸ ਤੋਂ ਪਹਿਲਾਂ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਪਾਇਆ, ਪੈਜ ਰਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰ ਜੁਗ ਜੁਗ ਵਿੱਚ ਆਮ ਲੋਕਾਈ ਦੀ ਰੱਖਿਆ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਅਵਤਾਰ ਧਾਰਨ ਕਰਦਾ ਹੈ। ਇਹਦੇ ਤੋਂ ਇਹ ਗੱਲ ਤਾਂ ਸਿੱਧ ਹੁੰਦੀ ਹੈ ਕਿ ਲੋਕ ਜਿਹੜੇ ਨੇ ਸਾਧ ਸੰਗਤ ਜੀ, ਆਪਾਂ ਕਹਿੰਦੇ ਹਾਂ ਨਾ ਯੁੱਗ ਬਦਲ ਗਿਆ, ਯੁੱਗ ਬਦਲ ਗਿਆ, ਯੁੱਗ ਕੁਝ ਨਹੀਂ ਬਦਲਿਆ। ਉਹੀ ਸਾਧ ਸੰਗਤ ਜੀ ਚੰਦਰਮਾ ਹੈ, ਉਹੀ ਸੂਰਜ ਹੈ, ਉਹੀ ਪਸ਼ੂ ਪੰਛੀ ਨੇ, ਉਹੀ ਜੰਗਲ ਨੇ, ਉਹੀ ਧਰਤੀ ਹੈ, ਉਹੀ ਹਵਾ ਵਗ ਰਹੀ ਹੈ, ਉਹੀ ਆਕਾਸ਼ ਵਿੱਚ ਸਾਧ ਸੰਗਤ ਜੀ ਪੰਖੀ ਉਡਾਰੀ ਮਾਰਦੇ ਨੇ, ਉਹੀ ਪਾਣੀ ਦੇ ਵਿੱਚ ਮੱਛੀਆਂ ਤੈਰ ਰਹੀਆਂ ਨੇ। ਯੁੱਗ ਕੀ ਬਦਲਿਆ? ਬੰਦੇ ਦੀ ਸੋਚ ਬਦਲ ਗਈ ਹੈ, ਬੰਦੇ ਦੇ ਵਿਚਾਰ ਬਦਲ ਗਏ ਨੇ। ਕੱਲ ਦਾ ਯੁੱਗ, ਕੱਲ ਭਾਵ ਕਲੇਸ਼, ਜਿੱਥੇ ਝਗੜਾ ਹਮੇਸ਼ਾ ਦਵੰਦਾਤਮਕ ਚੱਲਦਾ ਹੋਵੇ, ਜਿੱਥੇ ਦਿਮਾਗ ਦੇ ਵਿੱਚ ਖੁਰਾਪਾਤੀ ਦਿਮਾਗ, ਹਰ ਪਾਸੇ ਇਲਤ ਕਰਨਾ, ਹਰ ਪਾਸੇ ਝਗੜਾ ਕਰਨਾ। ਔਰੰਗਜ਼ੇਬ ਵਰਗੇ ਜਿਨ੍ਹਾਂ ਨੇ ਭਰਾ ਦਾ ਕਤਲ ਕੀਤਾ, ਦਾਰਾ ਸ਼ਕੋ ਜਿਹੜਾ ਸਾਧ ਸੰਗਤ ਜੀ ਭਗਤ ਸੀ ਵੱਡਾ ਪਰਮੇਸ਼ਰ ਦਾ, ਆਪਣੀ ਭੈਣ ਨਾਲ ਸਾਧ ਸੰਗਤ ਜੀ ਜੇਲ੍ਹ ਵਿੱਚ ਸਿੱਟਿਆ, ਆਪਣੇ ਜੀਜਾ ਨੂੰ ਜੇਲ੍ਹ ਵਿੱਚ ਸਿੱਟਿਆ, ਆਪਣੇ ਪਿਤਾ ਸ਼ਾਹਜਹਾਂ ਨੂੰ ਜੇਲ੍ਹ ਵਿੱਚ ਪਾਇਆ, ਆਪਣੀ ਭੈਣ ਦੇ ਬੱਚਿਆਂ ਨੂੰ ਤੱਕ ਸਾਧ ਸੰਗਤ ਜੀ ਉਹਨੇ ਛੱਡਿਆ ਨਹੀਂ। ਜਦੋਂ ਬੰਦਾ ਸੱਤਾ ਦਾ ਇੰਨਾ ਭੁੱਖਾ ਹੋਵੇ, ਪੈਸਿਆਂ ਦਾ ਇੰਨਾ ਭੁੱਖਾ ਹੋਵੇ, ਜਾਂ ਜ਼ਮੀਨ ਜਾਇਦਾਦ ਦਾ ਇੰਨਾ ਭੁੱਖਾ ਹੋਵੇ ਕਿ ਪਰਿਵਾਰ ਅਤੇ ਰਿਸ਼ਤੇਦਾਰ ਦੀ ਕਦਰ ਨਾ ਕਰੇ, ਉਦੋਂ ਸਾਧ ਸੰਗਤ ਜੀ ਦਿਮਾਗ ਦੇ ਵਿੱਚ ਕਲੇਸ਼ ਹੀ ਪੈਦਾ ਹੋਇਆ ਹੁੰਦਾ ਹੈ। ਅਤੇ ਜਦੋਂ ਬੰਦੇ ਦਾ, ਲੋਕਾਂ ਦਾ ਸੁਭਾਅ ਬਦਲ ਗਿਆ ਹੈ, ਦੂਰੀਆਂ ਜਿਹੜੀਆਂ ਨੇ ਰਿਸ਼ਤੇਦਾਰਾਂ ਦੇ ਵਿੱਚ, ਪ੍ਰੇਮ ਸਤਿਕਾਰ ਰਿਹਾ ਨਹੀਂ। ਹਰ ਵੇਲੇ ਜ਼ਮੀਨ ਜਾਇਦਾਦਾਂ ਦੇ ਉੱਤੇ ਝਗੜੇ ਹੋ ਰਹੇ ਨੇ। ਧਰਮ ਜਿਹੜਾ ਹੈ ਲੋਕਾਂ ਨੇ ਤਿਆਗ ਦਿੱਤਾ ਹੈ, ਅੰਮ੍ਰਿਤ ਵੇਲੇ ਉੱਠਣਾ ਤਿਆਗ ਦਿੱਤਾ ਹੈ, ਨਾਮ ਜਪਣਾ ਤਿਆਗ ਦਿੱਤਾ ਹੈ, ਸੱਚ ਬੋਲਣਾ ਤਿਆਗ ਦਿੱਤਾ ਹੈ। ਹਰ ਪਾਸੇ ਝੂਠ ਅਤੇ ਮੱਕਾਰੀ ਅਤੇ ਫਰੇਬੀ ਹਰ ਪਾਸੇ ਚੱਲ ਰਹੀ ਹੋਵੇ, ਅਤੇ ਜਦੋਂ ਬੰਦਾ ਸਾਧ ਸੰਗਤ ਜੀ ਕਹਿਣ ਦੇ ਨਾਲ, ਸਮਝਾਉਣ ਦੇ ਨਾਲ ਸਮਝੇ ਨਾ, ਫਿਰ ਹੱਥ ਵਿੱਚ ਨਾ ਉਸਤਾਦ ਕੀ ਕਰਦੇ ਨੇ, ਬੱਚੇ ਆਖੇ ਨਾ ਲੱਗਣ, ਫਿਰ ਕੀ ਕਰਦੇ ਨੇ, ਹੱਥ 'ਚ ਡੰਡਾ ਫੜ ਲੈਂਦੇ ਆ। ਜਦੋਂ ਧਾਰਮਿਕ ਗ੍ਰੰਥ ਉੱਚਾ ਕੂਕ ਕੇ ਬੰਦਿਆਂ ਨੂੰ ਸਮਝਾਉਂਦੇ ਨੇ, ਸਮਾਜ ਦੇ ਤਾਏ ਸਮਝਾਉਣ ਦਾ ਯਤਨ ਕਰਦੇ ਨੇ ਕਿ ਸ਼ਰਾਬ ਪੀਣੀ ਚੰਗੀ ਨਹੀਂ ਜੇ ਹੁੰਦੀ, ਤੰਬਾਕੂ ਦੀ ਵਰਤੋਂ ਕਰਨੀ ਚੰਗੀ ਨਹੀਂ ਜੇ ਹੁੰਦੀ, ਝੂਠ ਬੋਲਣਾ ਪਾਪ ਹੁੰਦਾ ਹੈ, ਚੁਗਲੀ ਕਰਕੇ ਕਿਸੇ ਦਾ ਘਰ ਨਹੀਂ ਖਰਾਬ ਕਰਨਾ ਚਾਹੀਦਾ ਹੈ। ਇੰਨੇ ਚੰਗੇ ਚੰਗੇ ਉਪਦੇਸ਼ ਧਰਮ ਗ੍ਰੰਥਾਂ ਵਿੱਚ ਭਰੇ ਪਏ ਨੇ। ਕਿੰਨੇ ਸਾਰੇ ਧਰਮ ਗ੍ਰੰਥ ਚੰਗੀਆਂ ਸ਼ੁਭ ਸਿੱਖਿਆਵਾਂ ਕਰਕੇ ਭਰੇ ਪਏ ਨੇ, ਅਤੇ ਬੰਦਾ ਉਸ ਪਾਸੇ ਮੂੰਹ ਹੀ ਨਾ ਕਰੇ, ਵੇਖੇ ਹੀ ਨਾ। ਜਿਹੜੇ ਪਰਮਾਤਮਾ ਨੇ ਪੜ੍ਹਨ ਵਾਸਤੇ ਗ੍ਰੰਥ ਦਿੱਤੇ ਨੇ, ਉਸ ਪਾਸੇ ਪੜ੍ਹਾਈ ਕਰੇ ਹੀ ਨਾ। ਅਤੇ ਸਾਧ ਸੰਗਤ ਜੀ ਇਸ ਸੰਸਾਰ ਰੂਪੀ ਕਲਾਸ ਵਿੱਚ ਆ ਕਰਕੇ ਹੁੜਦੰਗ ਮਚਾਇਆ ਹੋਵੇ, ਕਦੇ ਕਿਸੇ ਦੇ ਨਾਲ ਸ਼ਰਾਰਤ, ਕਦੇ ਕਿਸੇ ਦੇ ਨਾਲ ਝਗੜਾ, ਧਰਮ ਦੇ ਨਾਂ 'ਤੇ ਫੁੱਟ, ਪਰਿਵਾਰ ਦੇ ਵਿੱਚ ਫੁੱਟ ਪਾਉਣੀ। ਇਸ ਤਰ੍ਹਾਂ ਜਦੋਂ ਸਾਧ ਸੰਗਤ ਜੀ ਸਾਰੇ ਪਾਸੇ ਕਰਪਸ਼ਨ ਹੋ ਜਾਵੇ, ਉਦੋਂ ਫਿਰ ਡੰਡਾ ਲੈ ਕਰਕੇ ਪਰਮਾਤਮਾ ਆਪ ਆਉਂਦਾ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਸਾਰ ਨੂੰ ਸਾਧ ਸੰਗਤ ਜੀ ਚੰਗੇ ਬੰਦਿਆਂ ਦੀ, ਜਿੱਥੇ ਦਿਨ ਹੈ ਉੱਥੇ ਰਾਤ ਵੀ ਹੈ, ਜਿੱਥੇ ਚੰਗਿਆਈ ਹੈ ਉੱਥੇ ਬੁਰਿਆਈ ਵੀ ਹੈ। ਪਰ ਜਦੋਂ ਬੁਰਿਆਈ ਦਾ ਭਾਰ ਵੱਧ ਜਾਵੇ, ਉਦੋਂ ਸਾਧ ਸੰਗਤ ਜੀ ਬੈਲੈਂਸ ਰੱਖਣ ਵਾਸਤੇ ਸ੍ਰਿਸ਼ਟੀ ਦੀ ਅਕਾਲ ਪੁਰਖ ਵਾਹਿਗੁਰੂ ਆਪ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਦੇ ਨੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ ਕਿ ਲੋਕੀ ਪਿਆਰ ਨਾਲ ਸਮਝ ਜਾਣਗੇ, ਗਿਆਨ ਦੇ ਨਾਲ ਸਮਝ ਜਾਣਗੇ, ਸ਼ਕਤੀ ਵਿਖਾਉਣ ਦੇ ਨਾਲ ਸਮਝ ਜਾਣਗੇ। ਪਰ ਜਦੋਂ ਨਾ ਸਮਝੇ
ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਹੀਦ ਹੋ ਗਏ। ਫਿਰ ਵੀ ਨਾ ਸਮਝੇ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸ਼ਹੀਦ ਹੋਏ ਨੇ, 4 ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, ਮਾਤਾ ਗੁਜਰੀ ਜੀ ਸ਼ਹੀਦ ਹੁੰਦੇ ਨੇ। ਫਿਰ ਸਾਧ ਸੰਗਤ ਜੀ, ਚੂੰ ਕਰ ਅਜ਼ ਹਮਹਿ ਹੀਲ ਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ, ਜਦੋਂ ਦਲੀਲ, ਅਪੀਲ, ਵਕੀਲ ਦੇ ਨਾਲ ਗੱਲ ਨਾ ਬਣੇ, ਫਿਰ ਕਿਰਪਾਨ ਦੇ ਮੁੱਠੇ 'ਤੇ ਹੱਥ ਪਾਉਣਾ ਜਾਇਜ਼ ਹੈ। ਉਦੋਂ ਫਿਰ ਜਿਹੜੇ ਭੂਤਰੇ ਲੋਕ ਨੇ ਨਾ, ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ। ਬੜੇ ਬਲਸ਼ਾਲੀ ਅਵਤਾਰ, ਬੜਾ ਤੇਜ ਪ੍ਰਤਾਪ ਸਤਿਗੁਰਾਂ ਦਾ। ਸਾਰਾ ਘਰ ਜਿਹੜਾ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਸੋਭ ਰਿਹਾ ਹੈ ਜਿਵੇਂ ਕਰੋੜਾਂ ਹੀ ਸੂਰਜਾਂ ਦਾ ਪ੍ਰਕਾਸ਼ ਹੋਇਆ ਹੋਵੇ। ਮਾਤਾ ਨਾਨਕੀ ਜੀ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਾਦੀ ਜੀ ਲੱਗਦੇ ਨੇ। ਉਹਨਾਂ ਦੇ ਹਿਰਦੇ ਦੇ ਵਿੱਚ ਬਹੁਤ ਉਤਸ਼ਾਹ, ਬਹੁਤ ਚਾਅ ਹੈ, ਕਿਉਂਕਿ ਬਹੁਤ ਸਾਲ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਘਰ ਵਿਖੇ ਕੋਈ ਸੰਤਾਨ ਦੀ ਉਤਪੱਤੀ ਨਾ ਹੋਣ ਕਰਕੇ ਦਾਦੀ ਜੀ ਦੇ ਮਨ ਦੇ ਵਿੱਚ ਚਾਅ ਸੀ ਕਿ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਜੀ ਦੇ ਘਰ ਵਿਖੇ ਕੋਈ ਸੰਤਾਨ ਹੋਵੇ। ਅਕਾਲ ਪੁਰਖ ਵਾਹਿਗੁਰੂ ਦੀ ਨੀਤ ਦੇ ਨਾਲ, ਬਖਸ਼ਿਸ਼ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਅਤੇ ਮਾਤਾ ਗੁਜਰੀ ਜੀ ਦੇ ਘਰ ਵਿਖੇ ਬਾਲਾ ਪ੍ਰੀਤਮ, ਚੋਜੀ ਪ੍ਰੀਤਮ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਕਿੰਨੇ ਕੁ ਨਾਮ ਨੇ, ਕਿੰਨੇ ਕੁ ਨਾਮ ਨੇ ਸਾਡੇ ਸਤਿਗੁਰਾਂ ਦੇ, ਗਿਣੇ ਨਹੀਂ ਜਾਂਦੇ। ਸਾਧ ਸੰਗਤ ਜੀ ਇੱਕ ਇੱਕ ਨਾਮ ਸਤਿਗੁਰਾਂ ਦਾ, ਇੱਕ ਇੱਕ ਨਾਮ ਵੀ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਨਿਗਾਹ ਮਾਰੀਏ ਨਾ, ਕੋਈ ਹੈ ਨਹੀਂ ਉਹਨਾਂ ਦਾ ਇੱਕ ਨਾਂ 'ਤੇ ਵੀ ਕੋਈ ਸਾਧ ਸੰਗਤ ਜੀ ਪੂਰਾ ਉਤਰ ਸਕੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਦੇ ਇੱਕ ਨਾਮ ਦੇ ਬਰਾਬਰ ਵੀ ਸਾਧ ਸੰਗਤ ਜੀ ਨਿਗਾਹ ਮਾਰ ਕਰਕੇ ਵੇਖਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਹੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਸਰਬੰਸ ਦਾਨੀ ਹੋ, ਅਤੇ ਸਾਧ ਸੰਗਤ ਜੀ ਉਹਨਾਂ ਵਰਗਾ ਸਰਬੰਸ ਦਾਨ ਦੇਣ ਵਾਲਾ ਵੀ ਕੋਈ ਨਹੀਂ ਜੇ ਨਜ਼ਰ ਆਉਂਦਾ ਰੂਹੇ ਜ਼ਮੀਨ ਦੇ ਉੱਤੇ। ਜਦੋਂ ਆਪਾਂ ਕਹਿੰਦੇ ਹਾਂ ਸਤਿਗੁਰਾਂ ਨੂੰ ਕਿ ਸਤਿਗੁਰੂ ਜੀ ਆਪ ਜੀ ਅੰਮ੍ਰਿਤ ਕੇ ਦਾਤੇ ਹੋ, ਅਤੇ ਅੰਮ੍ਰਿਤ ਦੇ ਦਾਤੇ ਵੀ ਇਸ ਤਰ੍ਹਾਂ ਦੇ ਨੇ ਕਿ ਆਪੇ ਗੁਰੂ ਅਤੇ ਆਪੇ ਚੇਲਾ ਵੀ ਨੇ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਆਪੇ ਗੁਰੂ ਵੀ ਨੇ, ਗੁਰੂ ਹੋ ਕਰਕੇ 50 ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਵੀ ਦਿੰਦੇ ਨੇ, ਅਤੇ ਚੇਲਾ ਹੋ ਕਰਕੇ ਅੰਮ੍ਰਿਤ ਦੀ ਦਾਤ ਮੰਗਦੇ ਵੀ ਨੇ। ਇਹੋ ਜਿਹੇ ਸਤਿਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਆਓ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਸਤਿਗੁਰਾਂ ਦੇ ਗ੍ਰਹਿ ਵਿਖੇ ਬਹੁਤ ਖੁਸ਼ੀਆਂ ਹੋ ਰਹੀਆਂ ਨੇ। ਬਾਲਾ ਪ੍ਰੀਤਮ ਜੀ ਆਏ ਨੇ ਪਟਨਾ ਸਾਹਿਬ ਵਿਖੇ। ਪਟਨਾ ਸਾਹਿਬ ਦੀ ਸਾਰੀਆਂ ਸੰਗਤਾਂ, ਸਾਰੇ ਧਰਮ ਦੇ ਲੋਕ, ਸਾਰੀ ਕੁੱਲ ਕਾਇਨਾਤ, ਇੱਥੋਂ ਤੱਕ ਇਹ ਧਰਤੀ ਵੀ ਸਾਧ ਸੰਗਤ ਜੀ, ਗੰਗਾ ਮਾਤਾ ਦੀ ਸਾਧ ਸੰਗਤ ਜੀ ਬੜੀ ਖੁਸ਼ੀ ਹੈ। ਉਹਦੀਆਂ ਲਹਿਰਾਂ ਵੀ ਬਹੁਤ ਉਛਾਲੇ ਮਾਰਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਪਟਨੇ ਵਿਖੇ ਪ੍ਰਗਟ ਹੋਈ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਾਰੀਆਂ ਸੰਗਤਾਂ ਵਹੀਰਾਂ ਘੱਤ ਕਰਕੇ ਆ ਰਹੀਆਂ ਨੇ। ਮਾਤਾ ਗੁਜਰੀ ਜੀ ਦਾ ਹਿਰਦਾ ਬੜਾ ਗਦ ਹੋਇਆ ਹੈ। ਅਤੇ ਸਾਧ ਸੰਗਤ ਜੀ ਮਾਤਾ ਨਾਨਕੀ ਜੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਬੁਲਾਉਣ ਵਾਸਤੇ, ਇਹ ਖੁਸ਼ਖਬਰੀ ਦੇਣ ਵਾਸਤੇ ਇੱਕ ਪੱਤਰ ਲਿਖਦੇ ਨੇ ਅਤੇ ਦਾਸ ਨੂੰ ਭੇਜਦੇ ਨੇ ਕਿ ਪੁੱਤਰ ਜੀ ਆਪ ਜੀ ਆਪਣੇ ਘਰ ਵਿਖੇ ਇੱਕ ਬਹੁਤ ਹੀ ਸੋਹਣੇ ਤੇਜ ਪ੍ਰਤਾਪੀ ਬਾਲਕ ਨੇ ਜਨਮ ਲਿਆ ਹੈ। ਅਕਾਲ ਪੁਰਖ ਵਾਹਿਗੁਰੂ ਦੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਲਿਖ ਕਰਕੇ ਚਿੱਠੀ ਲਿਖਣਾ ਕੀਤੀ ਹੈ। ਮਾਤਾ ਜੀ ਨੇ ਆਪਣੇ ਪੁੱਤਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ। ਅੱਗੇ ਜਿਵੇਂ ਪ੍ਰਸੰਗ ਚੱਲ ਰਿਹਾ ਹੈ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਰੁਤੇ ਜਹਾਂ ਸ੍ਰੀ ਤੇਗ ਬਹਾਦਰ। ਜਿੱਥੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜਿਹੜੇ ਹਿੰਦ ਦੀ ਚਾਦਰ ਵੀ ਨੇ,
ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜਿੱਥੇ ਰੁਕੇ ਹਨ। ਤੂਰਨ ਗਇਓ ਪਹੁੰਚ ਬਹਾਦਰ। ਸੇਵਾਦਾਰ ਛੇਤੀ ਦੇ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕੋਲ ਪੱਤਰ ਲੈ ਕਰਕੇ, ਚਿੱਠੀ ਲੈ ਕਰਕੇ ਗਿਆ ਹੈ। ਬਹੁਤ ਸਭ ਸਗਰੇ ਦਲ ਪਇਓ। ਜਦੋਂ ਖਬਰ ਸੁਣੀ ਹੈ ਕਿ ਘਰ ਵਿਖੇ ਬੜਾ ਤੇਜ ਪ੍ਰਤਾਪ ਵਾਲੇ ਬਾਲਕ ਨੇ ਜਨਮ ਲਿਆ ਹੈ, ਇਹ ਖਬਰ ਸੁਣਦਿਆਂ ਸਾਰ ਹੀ ਸਤਿਗੁਰਾਂ ਨੂੰ ਤੇ ਸਤਿਗੁਰਾਂ ਦੇ ਨਾਲ ਜਿਹੜੀ ਸਿੱਖਾਂ ਦੀ ਫੌਜ ਹੈ, ਸਾਰੇ ਦਲਾਂ ਨੂੰ ਬਹੁਤ ਹੀ ਮਨ ਦੇ ਵਿੱਚ ਚਾਅ ਪੈਦਾ ਹੋਇਆ ਹੈ, ਉਤਸ਼ਾਹ ਪੈਦਾ ਹੋਇਆ ਹੈ। ਬਿਸ਼ਨ ਸਿੰਘ ਰਾਜੇ ਮੁਦ ਕੀਓ। ਜੋ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਕੋਲ ਬਿਸ਼ਨ ਸਿੰਘ ਰਾਜਾ ਸੀ, ਉਹਦਾ ਵੀ ਹਿਰਦਾ ਬੜਾ ਗਦਗਦ ਹੋਇਆ ਹੈ। ਤੇ ਸਿੱਖ ਕੋ ਗੁਰ ਬਖਸ਼ਿਸ਼ ਦੀਨ। ਉਸ ਸਮੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਜੋ ਸਿੱਖ ਚਿੱਠੀ ਲੈ ਕਰਕੇ ਆਇਆ ਸੀ, ਪੱਤਰ ਲੈ ਕਰਕੇ ਆਇਆ ਸੀ, ਉਸ ਦੇ ਤਾਈਂ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਹਨ। ਲੋਕ ਪਰਲੋਕ ਸੁਖੀ ਬਹੁ ਕੀਨ। ਤੇ ਇਸ ਤਰ੍ਹਾਂ ਅਸੀਸ ਦਿੱਤੀ ਕਿ ਜਾ ਸਿੱਖਾ, ਤੂੰ ਨੇ ਇਹ ਬਹੁਤ ਸੋਹਣੀ ਖਬਰ ਜਿਹੜੀ ਹੈ ਸਾਡੇ ਤਾਈਂ ਸੁਣਾਉਣਾ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਪ੍ਰਗਟ ਹੋਈ ਹੈ ਪਟਨਾ ਸਾਹਿਬ ਵਿਖੇ। ਜਾ ਤੇਰਾ ਲੋਕ ਤੇ ਪਰਲੋਕ ਸੁਹੇਲੇ ਹੋਣਗੇ। ਪੁਨਹ ਪੱਤਰ ਕਾ ਆਪ ਲਿਖਾਏ। ਫਿਰ ਸਤਿਗੁਰਾਂ ਨੇ ਜਵਾਬ ਵਿੱਚ ਆਪਣੇ ਮਾਤਾ ਨਾਨਕੀ ਜੀ ਦੇ ਤਾਈਂ ਇੱਕ ਪੱਤਰਿਕਾ, ਇੱਕ ਚਿੱਠੀ ਲਿਖਣਾ ਕੀਤੀ ਹੈ। ਦੇਸ ਕਾਮਰੂ ਹਮ ਅਬ ਜਾਏ। ਚਿੱਠੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਲਿਖਦੇ ਨੇ ਕਿ ਹੇ ਮਾਤ ਜੀ, ਅਸੀਂ ਇਥੋਂ ਹੁਣ ਦੇਸ਼ ਕਾਮਰੂ ਵਾਲੇ ਪਾਸੇ ਜਾਣਾ ਹੈ। ਨ੍ਰਿਪ ਕੋ ਕਾਜ ਜਬੈ ਬਨ ਜਾਏ। ਜਦੋਂ ਰਾਜੇ ਦਾ ਕੰਮ, ਜੋ ਸਾਧ ਸੰਗਤ ਜੀ ਕਾਮਰੂ ਦੇਸ਼ ਦੇ ਉੱਤੇ ਚੜ੍ਹਾਈ ਕਰਨ ਵਾਸਤੇ ਸਤਿਗੁਰਾਂ ਨੇ ਦੀ ਮਦਦ ਕਰਨ ਵਾਸਤੇ ਸਤਿਗੁਰੂ ਜੀ ਚੱਲੇ ਨੇ ਰਾਜੇ ਦੀ, ਉਹ ਰਾਜੇ ਦਾ ਕੰਮ ਜਦੋਂ ਨੇਪਰੇ ਚੜ ਜਾਵੇਗਾ, ਤਬ ਹਮ ਆਵਹਿੰਗੇ ਇਸ ਥਾਏ। ਉਦੋਂ ਫਿਰ ਅਸੀਂ ਆਪਣੇ ਸਿੱਖਾਂ ਦੇ ਨਾਲ ਪਟਨਾ ਸਾਹਿਬ ਵਿਖੇ ਆਵਾਂਗੇ। ਪ੍ਰਤਿਪਾਰੋ ਤੁਮ ਸਾਹਿਬ ਜਾਦਾ। ਨਾਲੇ ਚਿੱਠੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਲਿਖਦੇ ਨੇ ਕਿ ਸਾਹਿਬਜ਼ਾਦੇ ਦੀ ਚੰਗੀ ਤਰ੍ਹਾਂ ਪ੍ਰਤਿਪਾਲਨਾ ਵੀ ਕਰਨੀ ਕਰੋ। ਇਸ ਵਾਸਤੇ ਨਹੀਂ ਕਿ ਉਹ ਮੇਰੇ ਪੁੱਤਰ ਨੇ, ਇਸ ਵਾਸਤੇ ਕਿ ਇਹਨਾਂ ਨੇ ਸੰਸਾਰ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕਰਨੇ ਨੇ। ਅੱਗੇ ਵੀ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਆਪਣੇ ਮਾਤਾ ਨਾਨਕੀ ਜੀ ਤੇ ਆਪਣੇ ਧਰਮ ਸੁਪਤਨੀ ਸਾਡੇ ਮਾਤਾ ਗੁਜਰੀ ਜੀ ਨੂੰ ਵੀ ਇਹ ਬਚਨ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਕੋਈ ਬਚਨ ਨਹੀਂ ਜੇ ਮੋੜਨਾ। ਜੋ ਵੀ ਉਹ ਕਹਿਣਗੇ ਉਹਨਾਂ ਦੇ ਉੱਤੇ ਚੱਲਣਾ ਹੈ। ਇਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜਾਣਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਹ ਵਿਸ਼ੇਸ਼ ਅਵਤਾਰ ਹੁੰਦੇ ਨੇ। ਸਾਧ ਸੰਗਤ ਜੀ, ਜਿਵੇਂ ਪ੍ਰਹਿਲਾਦ ਭਗਤ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਅਵਤਾਰ ਇੱਕਦਮ ਪ੍ਰਗਟ ਹੁੰਦੇ ਨੇ, ਇੱਕਦਮ ਥੰਮ ਵਿੱਚੋਂ ਪ੍ਰਗਟ ਹੋ ਕਰਕੇ ਆਪਣਾ ਕੰਮ ਕਰਕੇ ਚਲੇ ਜਾਂਦੇ ਨੇ। ਉੱਥੇ ਸਾਧ ਸੰਗਤ ਜੀ ਅਵਤਾਰ ਮਾਤਾ ਦੇ ਗਰਭ ਦੇ ਵਿੱਚ ਅਵਤਾਰ ਨਹੀਂ ਧਾਰਨ ਕਰਦੇ। ਕੋਈ ਉਹਨਾਂ ਦੀ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਨਹੀਂ ਹੁੰਦੀ, ਇੱਕਦਮ ਕੰਮ ਕਰਨ ਵਾਸਤੇ ਆਉਂਦੇ ਨੇ। ਇਸੇ ਤਰ੍ਹਾਂ ਵਿਸ਼ੇਸ਼ ਅਵਤਾਰ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਵੇਖਿਆ ਹੈ ਕਿ ਬਹੁਤ ਜ਼ਿਆਦਾ ਜਿਹੜੇ ਸਾਰੇ ਪਾਸੇ ਪਾਪ ਦਾ ਵਰਤਾਰਾ ਵਰਤ ਰਿਹਾ ਹੈ, ਉਹਨੂੰ ਇੱਕਦਮ ਠੱਲ ਪਾਉਣ ਵਾਸਤੇ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਬੜੇ ਤੇਜ ਪ੍ਰਤਾਪ ਦੇ ਸਹਿਤ ਸੰਸਾਰ ਦੇ ਵਿੱਚ ਪ੍ਰਗਟ ਹੋਏ ਹਨ। ਕਰੋ ਦੁਲਾਰਨ ਧਰ ਅਹਿਲਾਦਾ। ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਚਿੱਠੀ ਦੇ ਵਿੱਚ ਲਿਖਣਾ ਕਰਦੇ ਨੇ ਕਿ ਹੇ ਮਾਤ ਜੀ, ਬੜੇ ਪਿਆਰ ਦੇ ਨਾਲ ਸਾਹਿਬਜ਼ਾਦੇ ਦੀ ਪਰਵਰਿਸ਼ ਕਰਨਾ ਕਰੋ, ਦੁਲਾਰ ਕਰਨਾ ਕਰੋ, ਹਿਰਦੇ ਦੇ ਵਿੱਚ ਖੁਸ਼ੀ ਨੂੰ ਧਾਰਨ ਕਰਕੇ। ਪੱਠੇ ਪੱਤਰ ਕਾ ਪਟਣੇ ਆਈ। ਇਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਉਸੇ ਸਿੱਖ ਪਾਸੋਂ
ਉਸੇ ਸਿੱਖ ਕੋਲੋਂ ਉਹ ਪੱਤਰਿਕਾ ਜਿਹੜੀ ਹੈ ਲਿਖ ਕਰਕੇ ਮਾਤ ਨਾਨਕੀ ਜੀ ਤੇ ਆਪਣੇ ਧਰਮ ਸੁਪਤਨੀ ਗੁਜਰੀ ਜੀ ਦੇ ਤਾਈਂ ਭੇਜਣਾ ਕੀਤੀ ਹੈ ਲਿਖ ਕਰਕੇ। ਜਾਂ ਅਨਿਕ ਬਿਦ ਹੋਤ ਬਧਾਈ, ਜਿਸ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਮੁਕੱਦਸ ਧਰਤੀ ਤੇ ਬਹੁਤ ਜ਼ਿਆਦੀਆਂ ਵਧਾਈਆਂ ਹੋ ਰਹੀਆਂ ਨੇ, ਬਹੁਤ ਜ਼ਿਆਦੀਆਂ ਖੁਸ਼ੀਆਂ ਹੋ ਰਹੀਆਂ ਹਨ ਸੰਗਤਾਂ ਵਿੱਚ। ਇਮ ਪਰ ਸੰਗ ਨੌਵੇਂ ਪਤ ਸਾਹੂ, ਇਸ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪ੍ਰਸੰਗ ਹੈ। ਸੁਨਿਓ ਜਨਮ ਕੋ ਅਬ ਉਤਸਾਹੂ, ਕਵੀ ਜੀ ਕਹਿੰਦੇ ਨੇ ਕਿ ਹੁਣ ਜੋ ਜਨਮ ਦਾ ਉਤਸ਼ਾਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਕਿਵੇਂ ਉਤਸ਼ਾਹ ਹੁੰਦਾ ਹੈ ਜਨਮ ਦਾ, ਅਵਤਾਰ ਦਾ, ਇਹ ਸੰਗਤ ਜੀ ਸੁਣਨਾ ਕਰੋ ਪਿਆਰ ਦੇ ਨਾਲ। ਮਾਤ ਨਾਨਕੀ ਬ੍ਰਿਧਾ ਵਡੇਰੇ, ਮਾਤਾ ਨਾਨਕੀ ਜੀ ਜੋ ਉਮਰ ਦੇ ਵਿੱਚ ਬਹੁਤ ਵੱਡੇ ਹਨ, ਬਜ਼ੁਰਗ ਹਨ। ਰੱਛੈ ਅਨੇਕ ਪ੍ਰਕਾਰ ਕਨੇਰੇ, ਬਹੁਤ ਪ੍ਰਕਾਰ ਦੀ ਰੱਖਿਆ ਵੀ ਕਰਦੇ ਨੇ, ਕਿਉਂਕਿ ਅੱਜ ਦੇ ਦਿਨਾਂ ਦੇ ਵਿੱਚ ਸਾਧ ਸੰਗਤ ਜੀ ਪੋਹ ਦੇ ਮਹੀਨੇ ਦੇ ਵਿੱਚ ਠੰਡ ਦੇ ਦਿਨ ਹੁੰਦੇ ਨੇ ਅਤੇ ਠੰਡ ਦੇ ਦਿਨਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਜ਼ਿਆਦਾ ਠੰਡ ਲੱਗਦੀ ਹੈ। ਇਸ ਵਾਸਤੇ ਦਾਦੀ ਜੀ ਬੜੇ ਪਿਆਰ ਦੇ ਨਾਲ ਬਾਲਾ ਪ੍ਰੀਤਮ ਸਤਿਗੁਰਾਂ ਦੀ ਰੱਖਿਆ ਕਰਦੇ ਨੇ ਕਿ ਕਿਤੇ ਬਾਲਕ ਨੂੰ ਸਰਦੀ ਨਾ ਲੱਗ ਜਾਵੇ। ਇਸ ਕਰਕੇ ਗਰਮ ਬਸਤਰ ਸਤਿਗੁਰਾਂ ਵਾਸਤੇ ਬਣਵਾਏ ਨੇ ਦਾਦੀ ਜੀ ਨੇ, ਤੇ ਬੜੇ ਪਿਆਰ ਦੇ ਨਾਲ ਬਾਲਾ ਪ੍ਰੀਤਮ ਜੀ ਦੀ ਰੱਖਿਆ ਕਰ ਰਹੇ ਹਨ। ਸ੍ਰੀ ਨਾਨਕ ਆਦਿਕ ਗੁਰ ਨਾਮੂ, ਘਰ ਦੇ ਵਿੱਚ ਵਿਚਰਦਿਆਂ ਹੋਇਆਂ ਧੰਨ ਧੰਨ ਗੁਰੂ ਨਾਨਕ ਦੇਵ ਜੀ, ਧੰਨ ਧੰਨ ਗੁਰੂ ਅੰਗਦ ਦੇਵ ਜੀ, ਧੰਨ ਧੰਨ ਗੁਰੂ ਅਮਰਦਾਸ ਜੀ, ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ ਧੰਨ ਗੁਰੂ ਅਰਜਨ ਦੇਵ ਜੀ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਧੰਨ ਗੁਰੂ ਹਰ ਰਾਏ ਜੀ, ਧੰਨ ਧੰਨ ਗੁਰੂ ਹਰਕ੍ਰਿਸ਼ਨ ਜੀ, ਧੰਨ ਧੰਨ ਗੁਰੂ ਤੇਗ ਬਹਾਦਰ ਜੀ। ਇਸ ਤਰ੍ਹਾਂ 9 ਸਤਿਗੁਰਾਂ ਦੇ ਨਾਮ ਮਾਤਾ ਨਾਨਕੀ ਜੀ ਬੜੇ ਪਿਆਰ ਦੇ ਨਾਲ ਘਰ ਦੇ ਵਿੱਚ ਵਿਚਰਦਿਆਂ ਹੋਇਆਂ ਬਾਲਕ ਦੇ ਕੋਲ ਵੀ ਆਣ ਕਰਕੇ ਜਦੋਂ ਬੈਠਦੇ ਨੇ, ਉੱਠਦਿਆਂ ਬੈਠਦਿਆਂ ਸਤਿਗੁਰਾਂ ਦਾ ਨਾਮ ਜਪਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜਿੰਨੇ ਵੀ ਗੱਦੀ ਦੇ ਮਾਲਕ ਹੋਏ ਨੇ, ਉਹਨਾਂ ਦਾ ਮਾਤ ਨਾਨਕੀ ਜੀ ਨਾਮ ਜਪਦੀ ਹੈ। ਇੱਦਾਂ ਹੀ ਸਾਧ ਸੰਗਤ ਜੀ ਜੋ ਵੀ ਸਤਿਗੁਰੂ ਗੱਦੀ ਨਸ਼ੀਨ ਹੁੰਦੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਉਹਨਾਂ ਸਤਿਗੁਰਾਂ ਤੱਕ ਨਾਮ ਲੈ ਕਰਕੇ ਅਰਦਾਸ ਕੀਤੀ ਜਾਂਦੀ ਸੀ। 5ਵੇਂ ਪਾਤਸ਼ਾਹ ਦੇ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਕ ਨਾਮ ਲੈ ਕਰਕੇ ਅਰਦਾਸ ਕੀਤੀ ਜਾਂਦੀ ਸੀ। ਜੇ ਜਿਹੜੇ ਗੱਦੀ ਨਸ਼ੀਨ ਸਤਿਗੁਰਾਂ ਦਾ ਨਾਮ ਨਾ ਲਈਏ ਤੇ ਸਾਧ ਸੰਗਤ ਜੀ ਅਰਦਾਸ ਨਹੀਂ ਜੇ ਪੂਰੀ ਹੁੰਦੀ ਸੀ। ਇਸ ਕਰਕੇ ਹੁਣ ਵੀ ਗੱਦੀ ਦੇ ਮਾਲਕ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੇ ਅਰਦਾਸ ਦੇ ਵਿੱਚ ਸਤਿਗੁਰਾਂ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ। 10 ਸਤਿਗੁਰਾਂ ਦਾ ਉਹੀ ਅਰਦਾਸ ਪੂਰੀ ਹੁੰਦੀ ਹੈ। ਇਸ ਤਰ੍ਹਾਂ ਮਾਤ ਨਾਨਕੀ ਜੀ ਬਾਲਕ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਆਉਂਦਿਆਂ ਜਾਂਦਿਆਂ ਉੱਠਦਿਆਂ ਬੈਠਦਿਆਂ ਸਤਿਗੁਰਾਂ ਦੇ ਨਾਮ ਜਪਦੇ ਹਨ। ਲੈ ਮੁਖ ਤੇ ਇਤ ਉਤ ਫਿਰ ਧਾਮੂ, ਆਪਣੇ ਮੁਖਾਰਬਿੰਦ ਤੋਂ ਮਾਤ ਨਾਨਕੀ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੱਕ ਇਸ ਤਰ੍ਹਾਂ ਨਾਮ ਲੈਂਦੇ ਹਨ ਵੱਡੇ ਸਤਿਗੁਰਾਂ ਦਾ। ਨਾਨਾ ਭਾਂਤ ਬਿਘਨ ਸਮੁਦਾਏ, ਅਰਦਾਸ ਕਰਦੇ ਨੇ ਕਿ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਲਕ ਦੇ ਸਾਰੇ ਵਿਘਨ ਨਾਸ ਹੋ ਜਾਣ। ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਰ-ਵਾਰ ਅਰਦਾਸ ਦੀ ਕੀ ਲੋੜ ਹੈ। ਅਸੀਂ ਕਹਿੰਦੇ ਨੇ ਰੋਜ਼ ਅਰਦਾਸ ਕਰਨੀ ਚਾਹੀਦੀ ਹੈ, ਰੋਜ਼ ਨਿਤਨੇਮ ਕਰਨਾ ਚਾਹੀਦਾ ਹੈ। ਜਦੋਂ ਅਸੀਂ ਇਹਨਾਂ ਚੀਜ਼ਾਂ 'ਤੇ ਸਵਾਲ ਕਰਦੇ ਹਾਂ, ਆਪਾਂ ਕਦੀ ਇਸ ਗੱਲ ਦੀ ਸਾਧ ਸੰਗਤ ਜੀ ਵਿਚਾਰ ਨਹੀਂ ਕੀਤੀ ਕਿ ਅਸੀਂ ਰੋਜ਼ ਭੋਜਨ ਕਿਉਂ ਕਰਦੇ ਹਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਰੋਜ਼ ਇਸ਼ਨਾਨ ਕਿਉਂ ਕਰਦੇ ਹਾਂ, ਅਸੀਂ ਰੋਜ਼ ਪਾਣੀ ਕਿਉਂ ਪੀਂਦੇ ਹਾਂ। ਜਦੋਂ ਸਾਡੇ ਸਰੀਰ ਦੀ ਲੋੜ ਹੈ ਨਾ, ਰੋਜ਼ ਅਸੀਂ ਪਾਣੀ ਪੀਂਦੇ ਹਾਂ, ਅਸੀਂ ਰੋਜ਼ ਪ੍ਰਸ਼ਾਦਾ ਛਕਦੇ ਹਾਂ,
ਸਾਨੂੰ ਰੋਜ਼ ਸਵੇਰੇ ਉੱਠਦਿਆਂ ਸਾਰੀ ਚਾਹ ਚਾਹੀਦੀ ਹੁੰਦੀ ਹੈ। ਅਤੇ ਜੇ ਇਹ ਸਾਰੀਆਂ ਚੀਜ਼ਾਂ ਰੋਜ਼ ਆਪਾਂ ਕਰਦੇ ਹਾਂ, ਕਿਉਂ? ਸਾਡੇ ਸਰੀਰ ਦੀ ਲੋੜ ਹੈ। ਇਸੇ ਤਰ੍ਹਾਂ ਰੋਜ਼ ਨਿਤਨੇਮ ਕਰਨਾ, ਰੋਜ਼ ਅਰਦਾਸ ਕਰਨੀ, ਰੋਜ਼ ਸੰਗਤ ਵਿੱਚ ਆਣ ਕਰਕੇ ਘੱਟੋ ਘੱਟ 5 ਮਿੰਟ ਬੈਠਣਾ ਹੈ, ਰੋਜ਼ ਆਉਣਾ ਹੈ। ਇਹਦੇ ਨਾਲ ਸਾਡਾ ਮਨ ਤਗੜਾ ਹੁੰਦਾ ਹੈ, ਸਾਡਾ ਵਿਲ ਪਾਵਰ ਤਗੜਾ ਹੁੰਦਾ ਹੈ। ਫਿਰ ਅਸੀਂ ਥੋੜ੍ਹੇ ਦੁੱਖਾਂ ਤੋਂ ਡਰਦੇ ਨਹੀਂ। ਵੱਡੇ ਵੱਡੇ ਦੁੱਖ ਵੀ ਆ ਜਾਣ ਤਾਂ ਅਸੀਂ ਸਾਧ ਸੰਗਤ ਜੀ ਸੁਸਾਈਡ ਨਹੀਂ ਕਰਦੇ, ਅਸੀਂ ਡਿਪਰੈਸ਼ਨ ਵਿੱਚ ਨਹੀਂ ਜਾਂਦੇ। ਅਸੀਂ ਦੁੱਖ ਵਿੱਚ ਆਣ ਕਰਕੇ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ। ਕਿਉਂ? ਸਾਡਾ ਮਨ ਬਲਵਾਨ ਹੋਵੇ, ਸਾਡੀ ਆਤਮਾ ਬਲਵਾਨ ਹੋਵੇ। ਇਹ ਜਿੰਨੇ ਧਰਮ ਗ੍ਰੰਥ ਨੇ, ਇਹ ਜਿੰਨੇ ਧਰਮ ਦੇ ਅਸਥਾਨ ਨੇ, ਇਹ ਇਸੇ ਵਾਸਤੇ ਬਣੇ ਹੋਏ ਨੇ ਕਿ ਧਾਰਮਿਕ ਅਸਥਾਨ 'ਤੇ ਬੰਦਾ ਜਾਵੇ, ਉਹਨੂੰ ਆਤਮਾ ਦੀ ਖੁਰਾਕ ਮਿਲੇ, ਉਹਨੂੰ ਅੰਦਰੋਂ ਉਹ ਤਗੜਾ ਹੋਵੇ, ਬਲਸ਼ਾਲੀ ਹੋਵੇ। ਦੁੱਖ ਆਉਣ ਸੁੱਖ ਆਉਣ, ਦੁੱਖ ਦੇ ਵਿੱਚ ਡੋਲੇ ਨਾ, ਘਾਬਰੇ ਨਾ, ਚੜ੍ਹਦੀ ਕਲਾ ਵਿੱਚ ਰਵੇ, ਆਤਮਾ ਬਲਵਾਨ ਰਹੇ। ਇਸੇ ਵਾਸਤੇ ਇਹ ਧਾਰਮਿਕ ਅਸਥਾਨ ਬਣਾਏ ਜਾਂਦੇ ਨੇ। ਇਸ ਕਰਕੇ ਗੁਰੂ ਸਤਿਗੁਰਾਂ ਦੀ ਰੱਖਿਆ ਕਰਨ ਵਾਸਤੇ ਮਾਤ ਨਾਨਕੀ ਜੀ ਵਾਰ-ਵਾਰ ਅਰਦਾਸ ਕਰਦੀ ਹੈ। ਅਸੀਂ ਵੀ ਦੁੱਖ ਆਉਂਦੇ ਹਨ ਅਤੇ ਵਾਰ-ਵਾਰ ਅਰਦਾਸ ਕਰੀਏ। ਸਤਿਗੁਰੂ ਤਾਂ ਕਹਿੰਦੇ ਨੇ ਤੀਖਣ ਬਾਣ ਚਲਾਏ, ਨਾਮ ਪ੍ਰਭ ਧਿਆਈਐ। ਦੁੱਖ ਆਉਂਦੇ ਨੇ ਨਾ, ਜਿੱਦਾਂ ਹੀ ਦੁੱਖ ਆਇਆ ਕੋਈ ਅੱਗੇ ਪਿੱਛੇ ਦੀ ਵਿਚਾਰ ਨਹੀਂ ਕਰਨੀ, ਵਾਹਿਗੁਰੂ 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 ਜਪਣਾ ਸ਼ੁਰੂ ਕਰ ਦੇਣਾ ਆ। ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਨੇ ਕਿ ਦੁੱਖਾਂ ਦੇ ਉੱਤੇ ਤਿੱਖੇ ਤਿੱਖੇ ਤੀਰ ਛੱਡਣੇ ਨੇ। ਕਾਹਦੇ ਛੱਡਣੇ ਨੇ ਤੀਰ? ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਨਾ, ਇਹ ਦੁੱਖਾਂ ਦੇ ਉੱਤੇ ਆਪਣੇ ਦੁੱਖਾਂ ਨੂੰ ਮਾਰਨ ਵਾਸਤੇ ਵਾਹਿਗੁਰੂ ਸਿਮਰਨ ਰੂਪੀ ਤੀਰ ਛੱਡਣੇ ਨੇ। ਤੀਖਣ ਬਾਣ ਚਲਾਏ, ਨਾਮ ਪ੍ਰਭ ਧਿਆਈਐ। ਆਪਣੇ ਅਗਿਆਨ ਨੂੰ, ਆਪਣੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਵਾਰ-ਵਾਰ ਅਰਦਾਸ ਕਰੀਏ, ਵਾਰ-ਵਾਰ ਵਾਹਿਗੁਰੂ ਦਾ ਸਿਮਰਨ ਕਰਨਾ ਕਰੀਏ। ਸਕਲ ਬਿਨਾਸੋ ਬਨੋ ਸਹਾਏ। ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਅਸੀਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਬਾਲਾ ਪ੍ਰੀਤਮ ਜੀ ਦੇ ਸਾਰੇ ਵਿਘਨਾਂ ਨੂੰ ਨਾਸ਼ ਕਰੋ। ਸਾਧ ਸੰਗਤ ਜੀ, ਇਸ ਤਰ੍ਹਾਂ ਮਾਤ ਨਾਨਕੀ ਜੀ ਅਰਦਾਸ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਸਾਰੇ ਵਿਘਨਾਂ ਨੂੰ ਨਾਸ਼ ਕਰੋ, ਅੰਗ ਸੰਗ ਸਹਾਈ ਹੋਵੋ ਜੀ। ਮਮ ਪੁੱਤਰੇ ਕੀ ਰੱਛਾ ਧਰਿਐ। ਦਾਦੀ ਜੀ ਅਰਦਾਸ ਕਰਦੇ ਨੇ ਕਿ ਸਾਡੇ ਪੋਤਰੇ ਦੀ ਰੱਖਿਆ ਕਰਨੀ ਕਰੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਪੋਤਰੇ ਦੀ ਰੱਖਿਆ ਕਰਨੀ ਕਰੋ। ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਰੱਖਿਆ ਕਰੋ, ਰੱਖਿਆ ਕਰੋ, ਰੱਖਿਆ ਕਰੋ ਜੀ। ਇਸ ਤਰ੍ਹਾਂ ਸਾਧ ਸੰਗਤ ਜੀ ਅਰਦਾਸ ਕਰਨ ਦੇ ਨਾਲ ਹਿਰਦੇ ਦੇ ਵਿੱਚ ਹਲੇਮੀ ਆਉਂਦੀ ਹੈ, ਹੰਬਲਨੈਸ ਪੈਦਾ ਹੁੰਦੀ ਹੈ, ਹੰਕਾਰ ਦੂਰ ਹੁੰਦਾ ਹੈ, ਈਗੋ ਜਿਹੜਾ ਹੈ ਉਹ ਨਾਸ਼ ਹੁੰਦਾ ਹੈ। ਅਰਦਾਸ ਦੇ ਵਿੱਚ ਮਨ ਨੂੰ ਸਕੂਨ ਮਿਲਦਾ ਹੈ, ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲੱਗਿਆਂ ਆਲਸ ਨਾ ਕਰੀਏ। ਅਰਦਾਸ ਕਰਨ ਲੱਗਿਆਂ ਸਾਧ ਸੰਗਤ ਜੀ ਪਿੱਛੇ ਨਾ ਵੇਖੀਏ, ਜ਼ਰੂਰ ਅਰਦਾਸ ਕਰੀਏ। ਅਰਦਾਸ ਪੂਰੀ ਹੋਵੇ ਨਾ ਹੋਵੇ, ਗੁਰੂ ਦੇ ਸਿੱਖ ਦਾ ਕੰਮ ਹੈ ਅਰਦਾਸ ਕਰਦੇ ਰਹਿਣਾ। ਗੁਰੂ ਮਹਾਰਾਜ ਕਿਰਪਾ ਕਰਨਗੇ, ਉਦੋਂ ਅਰਦਾਸ ਸੁਣ ਵੀ ਲੈਣਗੇ। ਜਿਹੜਾ ਬੰਦਾ ਸਾਧ ਸੰਗਤ ਜੀ, ਜਿਹੜਾ ਬੱਚਾ ਰੋਵੇ ਹੀ ਨਾ ਤੇ ਮਾਂ ਉਹਦੇ ਵੱਲ ਖਿਆਲ ਨਹੀਂ ਜੇ ਕਰਦੀ, ਅਤੇ ਜਿਹੜਾ ਬੱਚਾ ਰੋਵੇ ਨਾ ਉਹਨੂੰ ਪਤਾ ਲੱਗਦਾ ਹਾਂ ਵੀ ਇਹਨੂੰ ਭੁੱਖ ਲੱਗ ਗਈ ਹੈ। ਅਤੇ ਜਿਹੜਾ ਬੱਚਾ ਰੋਵੇ ਨਾ ਉਹਦੇ ਵੱਲ ਮਾਤਾ ਜ਼ਿਆਦਾ ਖਿਆਲ ਕਰਦੀ ਵੀ ਇਹ ਰੋਂਦਾ ਕਿਉਂ ਹੈ, ਇਹਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ, ਇਹ ਕਿਤੇ ਭੁੱਖਾ ਤਾਂ ਨਹੀਂ ਹੈ, ਕਿਤੇ ਸੱਟ ਤਾਂ ਨਹੀਂ ਲੱਗੀ ਹੋਵੇ ਨਹੀਂ। ਇਸ ਤਰ੍ਹਾਂ ਸਾਧ ਸੰਗਤ ਜੀ ਮਾਤਾ ਵੀ ਖਿਆਲ ਕਰਦੀ ਹੈ। ਰੋਣਾ ਕੀ ਹੈ? ਅਰਦਾਸ ਕਰਨੀ ਹੈ। ਥੋੜ੍ਹਾ ਥੋੜ੍ਹਾ ਵੀ ਦੁੱਖ ਹੋਵੇ ਗੁਰਾਂ ਨੂੰ ਦੱਸਣਾ ਹੈ। ਆਪਣੀ ਬਿਰਥਾ ਜਿਹੜੀ ਹੈ, ਮਨ ਦੇ ਦੁੱਖ ਸਤਿਗੁਰਾਂ ਅੱਗੇ ਫੋਲਣੇ ਨੇ। ਸੰਸਾਰ ਦੇ ਅੱਗੇ ਫੋਲਾਂਗੇ, ਸੰਸਾਰ ਖੁਸ਼ ਹੋਵੇਗਾ। ਚੰਗਾ ਇਹਦੇ ਨਾਲ ਇੱਦਾਂ ਹੀ ਹੋਣਾ ਚਾਹੀਦਾ ਆ। ਇਸ ਤਰ੍ਹਾਂ ਦੇ ਹੀ ਲੋਕ ਹੁੰਦੇ ਨੇ ਪਰਿਵਾਰਾਂ ਵਿੱਚ, ਰਿਸ਼ਤੇਦਾਰਾਂ ਵਿੱਚ। ਅਸੀਂ ਆਪਣਾ ਦੁੱਖ ਦੱਸਦੇ ਹਾਂ, ਅੱਗੋਂ ਪਿੱਠ ਪਿੱਛੇ ਟਿਚਰਾਂ ਕਰਦੇ ਨੇ, ਅੱਗੋਂ ਪਿੱਠ ਪਿੱਛੇ ਹੱਸਦੇ ਨੇ। ਪਰ ਸਤਿਗੁਰੂ ਸਾਹਿਬ ਜੀ, ਸਤਿਗੁਰਾਂ ਦੇ ਅੱਗੇ ਦੁੱਖ ਖੋਲੀਏ, ਅਤੇ ਜਿਹੜਾ ਸਾਧ ਸੰਗਤ ਜੀ ਦੁੱਖ ਨੂੰ ਦੂਰ ਵੀ ਕਰ ਸਕਦਾ ਹੈ, ਉਹਦੇ ਅੱਗੇ ਦੁੱਖ ਕਿਉਂ ਰੋਣਾ ਹੈ? ਜਿਹਦੇ ਹੱਥ ਵਿੱਚ ਕੁਝ ਹੈ ਹੀ ਨਹੀਂ, ਜੋ ਸਾਡੇ ਦੁੱਖ ਦੂਰ ਹੀ ਨਹੀਂ ਕਰ ਸਕਦਾ, ਉਹਦੇ ਅੱਗੇ ਕਿਉਂ ਅਸੀਂ ਆਪਣੇ ਦੁੱਖ ਫੋਲ ਕੇ ਰੱਖਣੇ ਨੇ?
ਦੁੱਖ ਫੋਲੀਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਆਪਣੇ ਦੁੱਖਾਂ ਨੂੰ ਸਾਧ ਸੰਗਤ ਜੀ ਖੋਲ ਕੇ ਰੱਖਣਾ ਕਰੀਏ। ਫਿਰ ਸਤਿਗੁਰੂ ਜੀ ਵੀ ਸੋਚਣਗੇ ਨਾ, ਉਹਨਾਂ ਨੂੰ ਇੱਕ ਵਾਰੀ ਤਾਂ ਸੋਚਣਾ ਪਵੇਗਾ, ਯਾਰ ਇਹ ਬੰਦਾ ਰੋਜ਼ ਆਉਂਦਾ ਹੈ, ਆਪਣੇ ਦੁੱਖ ਮੈਨੂੰ ਸੁਣਾਉਂਦਾ ਹੈ, ਅੱਜ ਇੱਦਾਂ ਕਰਦੇ ਹਾਂ ਵੀ ਇਹਦੇ ਸਾਰੇ ਦੁੱਖ ਦੂਰ ਕਰ ਦਿੰਦੇ ਹਾਂ। ਗੱਜ ਕੇ ਆਖੋ ਸਤਿਨਾਮ। ਜ਼ਰੂਰ ਇੱਕ ਦਿਨ ਆਵੇਗਾ ਸਤਿਗੁਰੂ ਸਾਹਿਬ ਜੀ ਦਇਆ ਦੇ ਘਰ ਦੇ ਵਿੱਚ ਆਉਣਗੇ, ਕਿਉਂਕਿ ਦਇਆ ਦਾ ਸਾਗਰ ਹੈ। ਬੜੇ ਛੇਤੀ ਦਇਆ ਵਿੱਚ ਆ ਜਾਂਦੇ ਨੇ, ਬੜੇ ਛੇਤੀ ਪ੍ਰਸੰਨ ਹੋ ਜਾਂਦੇ ਨੇ। ਥੋੜ੍ਹਾ ਨਾਮ ਜਪ ਕਰਕੇ, ਥੋੜ੍ਹਾ ਨਾਮ ਜਪੀਏ ਨੇ, ਅਕਾਲ ਪੁਰਖ ਵਾਹਿਗੁਰੂ ਬੜੇ ਛੇਤੀ ਪਸੀਜ ਜਾਂਦੇ ਨੇ, ਪਤੀਜ ਜਾਂਦੇ ਨੇ, ਖੁਸ਼ ਹੋ ਜਾਂਦੇ ਨੇ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਮਾਤ ਨਾਨਕੀ ਜੀ ਅਰਦਾਸ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਬਾਲਾ ਪ੍ਰੀਤਮ ਜੀ ਦੇ ਸਰੀਰ ਦੀ ਰੱਖਿਆ ਕਰਨੀ ਕਰੋ ਜੀ। ਚੰਦ ਮਨਿੰਦ ਬਿਲੰਦ ਕਰੀਐ। ਕਹਿੰਦੇ ਇਹਦਾ ਜਿਹੜਾ ਸਰੀਰ ਹੈ ਨਾ, ਜਿਵੇਂ ਚੰਦਰਮਾ ਦਾ ਸਰੀਰ ਛੋਟਾ ਹੁੰਦਾ ਹੈ, ਬਾਅਦ ਦੇ ਵਿੱਚ ਪੂਰਨਮਾਸ਼ੀ ਵਾਲਾ ਜਿਹੜਾ ਚੰਦਰਮਾ ਉਹ ਤਾਂ ਸਾਰਿਆਂ ਨਾਲੋਂ ਵੱਡਾ ਹੁੰਦਾ ਹੈ। ਇਸ ਤਰ੍ਹਾਂ ਮਾਤ ਨਾਨਕੀ ਜੀ ਅਰਦਾਸ ਕਰਦੇ ਨੇ ਬੜੇ ਪਿਆਰ ਦੇ ਨਾਲ ਕਿ ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਮੇਰੇ ਪੋਤਰੇ ਦਾ ਸਰੀਰ ਵੀ ਜਿਵੇਂ ਵੱਡਾ ਪੂਰਨਮਾਸ਼ੀ ਦਾ ਚੰਦਰਮਾ ਬਹੁਤ ਵੱਡਾ ਦਿਸਦਾ ਹੈ ਆਕਾਸ਼ ਵਿੱਚ, ਇਸ ਤਰ੍ਹਾਂ ਛੇਤੀ ਛੇਤੀ ਇਹਦਾ ਵੀ ਸਰੀਰ ਵੱਡਾ ਕਰਨਾ ਕਰੋ। ਚਿਰੰਜੀਵ ਹੋਏ ਸਾਹਿਬ ਜਾਦਾ। ਅਰਦਾਸ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡਾ ਸਾਹਿਬਜ਼ਾਦਾ ਚਿਰੰਜੀਵੀ ਹੋਵੇ, ਵੱਡੀ ਉਮਰ ਵਾਲਾ ਹੋਵੇ। ਦੇ ਪਰਿਵਾਰ ਹੈ ਬਹੁ ਅਹਿਲਾਦਾ। ਇਸ ਤਰ੍ਹਾਂ ਸਾਧ ਸੰਗਤ ਜੀ ਸਾਰੇ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਉੱਠੀ ਹੈ, ਬਹੁਤ ਪਰਿਵਾਰ ਦੇ ਵਿੱਚ ਉਤਸ਼ਾਹ ਮਨਾਇਆ ਜਾ ਰਿਹਾ ਹੈ। ਹਿਰਦੈ ਮਾਤ ਨਾਨਕੀ ਹਰਖਤ। ਮਾਤਾ ਨਾਨਕੀ ਜੀ ਜਿਹਦੇ ਹਿਰਦੇ ਦੇ ਵਿੱਚ ਬਹੁਤਾ ਖੁਸ਼ੀ ਹੈ, ਬਹੁਤ ਉਤਸ਼ਾਹ ਕਰ ਰਹੀਆਂ ਹਨ। ਸੁਭ ਲੱਛਣ ਪੁੱਤਰੇ ਮਹਿ ਪਰਖਤ। ਕਹਿੰਦੇ ਵਾਰ-ਵਾਰ ਆਪਣੇ ਪੋਤਰੇ ਬਾਲਾ ਪ੍ਰੀਤਮ ਜੀ ਦੇ ਛੋਟੇ ਜਿਹੇ ਸਰੂਪ ਨੂੰ ਵਾਰ-ਵਾਰ ਮਾਤ ਨਾਨਕੀ ਜੀ ਵੇਖਦੇ ਨੇ, ਉਹਦੇ ਸਰੀਰ ਨੂੰ ਵੇਖਦੇ ਨੇ, ਸਰੀਰ ਦੇ ਲੱਛਣਾਂ ਨੂੰ ਵੇਖਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤਾ ਭਾਗਾਂ ਵਾਲਾ ਬੱਚਾ ਹੋਵੇ ਨਾ, ਉਹਦਾ ਮੱਥਾ ਚੌੜਾ ਹੁੰਦਾ ਆ, ਅੱਖਾਂ ਜਿਹੜੀਆਂ ਨੇ ਵੱਡੀਆਂ ਹੁੰਦੀਆਂ ਨੇ ਹਿਰਨਾਂ ਵਰਗੀਆਂ, ਭਰਵੱਟੇ ਜਿਹੜੇ ਨੇ ਧਨੁਖ ਵਰਗੇ ਹੁੰਦੇ ਨੇ ਤਿੱਖੇ, ਨੱਕ ਜਿਹੜਾ ਸਾਧ ਸੰਗਤ ਜੀ ਐ ਤਿੱਖਾ ਹੁੰਦਾ ਹੈ, ਬੁੱਲ ਜਿਹੜੇ ਨੇ ਪਤਲੇ ਹੁੰਦੇ ਨੇ, ਗੱਲਾਂ ਜਿਹੜੀਆਂ ਨੇ ਸਾਧ ਸੰਗਤ ਜੀ ਗੋਲ ਗੋਲ ਹੁੰਦੀਆਂ ਨੇ, ਛਾਤੀ ਚੌੜੀ ਹੁੰਦੀ ਹੈ, ਅਤੇ ਜਿਹੜੇ ਮੋਢੇ ਨੇ ਨਾ ਇਹ ਉੱਚੇ ਹੁੰਦੇ ਨੇ, ਬਾਹਾਂ ਜਿਹੜੀਆਂ ਨੇ ਗੋਡੇ ਤੱਕ ਲੰਬੀਆਂ ਹੁੰਦੀਆਂ ਨੇ, ਉਂਗਲੀਆਂ ਵੀ ਸਾਧ ਸੰਗਤ ਜੀ ਲੰਬੀਆਂ ਹੁੰਦੀਆਂ ਨੇ, ਹੱਥ ਦੀ ਤਲੀ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਗੱਦਾ ਵਿਛਾਇਆ ਹੋਵੇ। ਇਸ ਤਰ੍ਹਾਂ ਸਾਧ ਸੰਗਤ ਜੀ ਹੱਥ ਇਸ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਹਾਥੀ ਦੇ ਬੱਚੇ ਦਾ ਸੁੰਡ ਹੋਵੇ ਨਾ, ਇਸ ਤਰ੍ਹਾਂ ਦੇ ਸਾਧ ਸੰਗਤ ਜੀ ਹੱਥ ਨੇ ਸਤਿਗੁਰਾਂ ਦੇ। ਇਸ ਤਰ੍ਹਾਂ ਬਹੁਤ ਸਾਰੇ ਲੱਛਣ ਮਾਤ ਨਾਨਕੀ ਜੀ ਵੇਖ ਵੇਖ ਕੇ ਵਾਰਨੇ ਬਲਿਹਾਰਨੇ ਜਾ ਰਹੇ ਹਨ। ਲੈ ਨਿਜ ਅੰਕ ਦੁਲਾਰਹਿ ਕਨੀ। ਸਾਧ ਸੰਗਤ ਜੀ ਵੱਡੇ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ ਨਾ, ਉਹਨਾਂ ਦਾ ਪੇਟ ਨਰਮ ਹੁੰਦਾ ਹੈ, ਲੱਤਾਂ ਜਿਹੜੀਆਂ ਨੇ ਬੜੇ ਬਲਸ਼ਾਲੀਆਂ ਹੁੰਦੀਆਂ ਨੇ, ਪੈਰਾਂ ਦੇ ਵਿੱਚ ਪਦਮ ਦੇ ਨਿਸ਼ਾਨ ਹੁੰਦੇ ਨੇ, ਇੱਕ ਹੱਥ ਦੇ ਵਿੱਚ ਚਵਰ ਸਾਹਿਬ ਦਾ ਨਿਸ਼ਾਨ ਹੁੰਦਾ ਹੈ, ਦੂਜੇ ਹੱਥ ਦੇ ਵਿੱਚ ਛਤਰ ਦਾ ਨਿਸ਼ਾਨ ਹੁੰਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਜੋਤਿਸ਼ ਵਿਦਿਆ ਦੇ ਅਨੁਸਾਰ ਇਹ ਸਰੀਰ ਦੇ ਉਹਨਾਂ ਦੇ ਸ਼ੁਭ ਲੱਛਣ ਹੁੰਦੇ ਨੇ। ਜਿਵੇਂ ਸਾਧ ਸੰਗਤ ਜੀ ਉਹਨਾਂ ਨੂੰ ਵੇਖ ਕਰਕੇ ਲੈ ਨਿਜ ਅੰਕ ਦੁਲਾਰਹਿ ਕਹਾਣੀ, ਆਪਣੀ ਛਾਤੀ ਨਾਲ ਲਾ ਕਰਕੇ ਆਪਣੀ ਗੋਦੀ ਦੇ ਵਿੱਚ ਲੈ ਕਰਕੇ ਮਾਤ ਨਾਨਕੀ ਜੀ ਬਹੁਤਾ ਲਾੜ ਲੜਾਉਂਦੇ ਹਨ। ਪਿਖ ਪਿਖ ਮੁਖ ਸਨੇਹ ਕੇ ਸਨੀ। ਵਾਰ ਵਾਰ ਆਪਣੇ ਪੋਤਰੇ ਦਾ ਮੂੰਹ ਵੇਖਦੀ ਹੈ ਮਾਤ ਨਾਨਕੀ ਜੀ, ਵਾਰ ਵਾਰ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਨੂੰ ਵੇਖਦੇ ਨੇ, ਤੇ ਸਾਧ ਸੰਗਤ ਜੀ ਨਿਗਾਹ ਨਹੀਂ ਜੇ ਹਟਾਉਂਦੇ।
ਇੱਕ ਟਕ ਲਾ ਕਰਕੇ ਆਪਣੇ ਪੋਤਰੇ ਨੂੰ ਵੇਖਦੇ ਰਹਿੰਦੇ ਹਨ। ਖਸਟੀ ਆਦਿਕ ਜਗ ਜਿਤੇਕ। ਇਸ ਤਰ੍ਹਾਂ ਮਾਤ ਨਾਨਕੀ ਜੀ ਵਾਰ-ਵਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ ਕਰਦੇ ਹਨ। ਕਰੇ ਜਥਾ ਬਿਦ ਹੁਤੇ ਤਿਤੇਕ। ਸਾਧ ਸੰਗਤ ਜੀ ਸਾਰੇ ਪਾਸੇ ਜੋ ਵੀ ਸੰਗਤ ਆਉਂਦੀ ਹੈ ਸਾਰਿਆਂ ਦਾ ਬੜਾ ਸਤਿਕਾਰ ਤੇ ਪਿਆਰ ਨਾਲ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਹਨ ਸੰਗਤਾਂ। ਅੰਤਰ ਰਾਖੈ ਰੱਖਿਆ ਕਰਤੇ। ਜਦੋਂ ਸੰਗਤਾਂ ਆਉਂਦੀਆਂ ਨੇ ਨਾ ਤੇ ਮਾਤ ਨਾਨਕੀ ਜੀ ਥੋੜਾ ਜਿਹਾ ਸਾਧ ਸੰਗਤ ਜੀ ਸਾਰਿਆਂ ਨੂੰ ਵੱਖ ਕਰਕੇ ਰੱਖਦੀਆਂ ਨੇ। ਸਰੀਰ ਨੂੰ ਸਾਧ ਸੰਗਤ ਜੀ ਛਹਾਉਣ ਨਹੀਂ ਦਿੰਦੀ, ਦੂਰੋਂ ਹੀ ਕਹਿੰਦੀਆਂ ਨੇ ਵੀ ਭਾਈ ਦੂਰੋਂ ਹੀ ਦਰਸ਼ਨ ਕਰ ਲਵੋ। ਆਏ ਰੰਗ ਜੋ ਜਾਚਹਿ ਦਰ ਤੇ। ਬਹੁਤ ਸਾਰੇ ਮੰਗਤੇ ਜਿਹੜੇ ਨੇ ਉਹ ਮਾਤ ਨਾਨਕੀ ਜੀ ਕੋਲ ਆਣ ਕਰਕੇ ਬੂਹੇ ਤੇ ਖਲੋ ਕਰਕੇ ਆਵਾਜ਼ਾਂ ਦਿੰਦੇ ਹਨ। ਬਹੁਤ ਸਾਰਾ ਧਨ ਪਦਾਰਥ ਤੇ ਭੋਜਨ ਦੇ ਪਦਾਰਥ ਲੈ ਕਰਕੇ ਖੁਸ਼ ਹੋ ਕਰਕੇ ਜਾ ਰਹੇ ਹਨ। ਛੂਛਾ ਨਹੀਂ ਜਾਨ ਕੋ ਦੀਨਾ। ਮਾਤ ਨਾਨਕੀ ਜੀ ਤੇ ਮਾਤ ਗੁਜਰੀ ਜੀ ਦੋਵੇਂ ਹੀ ਸਾਧ ਸੰਗਤ ਜੀ ਦੋਹਾਂ ਦੇ ਹਿਰਦਿਆਂ ਦੇ ਵਿੱਚ ਬਹੁਤ ਖੁਸ਼ੀ ਦੀ ਸਾਧ ਸੰਗਤ ਜੀ ਹੱਦ ਹੈ। ਤੇ ਇਸ ਤਰ੍ਹਾਂ ਕਿਸੇ ਨੂੰ ਵੀ ਕਿਸੇ ਮੰਗਤੇ ਨੂੰ ਖਾਲੀ ਨਹੀਂ ਜਾਣ ਦਿੰਦੇ, ਸਾਰਿਆਂ ਦੇ ਤਾਈਂ ਕੁਝ ਨਾ ਕੁਝ ਜ਼ਰੂਰ ਦਿੰਦੇ ਹਨ। ਮਧੁਰ ਗਿਰਾ ਕਹਿਦੈ ਬੋ ਕੀਨਾ। ਮਿੱਠੇ ਬਚਨ ਕਰਕੇ ਕਿਸੇ ਨੂੰ ਸਾਧ ਸੰਗਤ ਜੀ ਕੌੜਾ ਬਚਨ ਨਹੀਂ ਬੋਲਦੇ, ਕਿਸੇ ਗਰੀਬ ਬੰਦੇ ਦੇ ਤਾਈਂ ਅਪਮਾਨ ਵਾਲੇ ਬਚਨ ਨਹੀਂ ਕਰਦੇ, ਬੜੇ ਸਤਿਕਾਰ ਦੇ ਨਾਲ ਮਿੱਠਾ ਬੋਲ ਕਰਕੇ ਇਸ ਤਰ੍ਹਾਂ ਦਾਨ ਕਰ ਰਹੇ ਹਨ ਗਰੀਬਾਂ ਦੇ ਤਾਈਂ। ਪੁਰ ਮਹਿ ਜਸ ਪਸਰਿਓ ਜਹ ਕਹਾਂ। ਸਾਰੇ ਪਟਨਾ ਸਾਹਿਬ ਦੇ ਨਗਰ ਵਿਖੇ ਸਾਰੇ ਪਾਸੇ ਸੰਗਤਾਂ ਸਾਧ ਸੰਗਤ ਜੀ ਆ ਰਹੀਆਂ ਹਨ ਦਰਸ਼ਨ ਕਰਨ ਵਾਸਤੇ। ਜਿਹਨੂੰ ਵੀ ਇਸ ਗੱਲ ਦਾ ਪਤਾ ਲੱਗਦਾ ਹੈ ਉਹ ਸੰਗਤਾਂ ਪਟਨਾ ਸਾਹਿਬ ਵਿਖੇ ਚੱਲ ਕਰਕੇ ਆ ਰਹੀਆਂ ਹਨ। ਦਾਨ ਪਇਓ ਗੁਰ ਘਰ ਤੇ ਮਹਾ। ਤੇ ਬਹੁਤ ਜ਼ਿਆਦਾ ਦਾਨ ਗਰੀਬਾਂ ਦੇ ਤਾਈਂ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਹੋ ਰਿਹਾ ਹੈ। ਬੈ ਸ੍ਰੀ ਗੁਰ ਤੇਗ ਬਹਾਦਰ ਜੋਈ। ਮਾਤ ਨਾਨਕੀ ਜੀ ਆਪਣੇ ਮਨ ਦੇ ਵਿੱਚ ਵਿਚਾਰਦੇ ਨੇ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸੁਤ ਪਇਓ ਨ ਕੋਈ। ਕਹਿੰਦੇ ਬਹੁਤ ਜ਼ਿਆਦੇ ਉਮਰ ਹੋ ਗਈ ਸੀ ਤੇ ਕੋਈ ਸੰਤਾਨ ਸਤਿਗੁਰਾਂ ਦੇ ਘਰ ਦੇ ਵਿੱਚ ਉਤਪੰਨ ਨਹੀਂ ਹੋ ਰਿਹਾ ਸੀ। ਅਤ ਚਾਹਤ ਕੈ ਉਪਜਿਓ ਨੰਦਨ। ਤੇ ਹੁਣ ਸਾਧ ਸੰਗਤ ਜੀ ਸੁਪੁੱਤਰ ਹੋਣ ਦੀ ਖੁਸ਼ੀ ਦੇ ਵਿੱਚ ਬਹੁਤਾ ਮਨ ਦੇ ਵਿੱਚ ਚਾਅ ਪੈਦਾ ਹੋਇਆ ਹੈ, ਉਤਸ਼ਾਹ ਪੈਦਾ ਹੋਇਆ ਹੈ। ਸਭ ਪਰਿਵਾਰ ਕਰੈ ਅਭਿਨੰਦਨ। ਸਾਰਾ ਪਰਿਵਾਰ ਮਾਤ ਨਾਨਕੀ ਜੀ ਦਾ ਸਾਰਾ ਪਰਿਵਾਰ ਹੀ ਬਹੁਤ ਖੁਸ਼ੀਆਂ ਮਾਣ ਰਿਹਾ ਹੈ। ਇੱਕ ਦਿਨ ਮਾਤ ਨਾਨਕੀ ਗਿਨੀ। ਇੱਕ ਦਿਨ ਮਾਤ ਨਾਨਕੀ ਜੀ ਨੇ ਇਸ ਤਰ੍ਹਾਂ ਵਿਚਾਰ ਕੀਤੀ। ਸਾਧ ਕਿਰਪਾਲ ਵਾਰਤਾ ਭਨੀ। ਮਾਮਾ ਕਿਰਪਾਲ ਚੰਦ ਜੀ ਜੋ ਮਾਤਾ ਗੁਜਰੀ ਜੀ ਦੇ ਭਰਾ ਸਨ ਉਹਨਾਂ ਦੇ ਨਾਲ ਇਸ ਤਰ੍ਹਾਂ ਵਿਚਾਰ ਕੀਤੀ ਹੈ। ਸੰਮਤ 1678। ਕਹਿੰਦੇ ਨੇ ਮਾਤ ਨਾਨਕੀ ਜੀ ਬਚਨ ਕਰਦੇ ਨੇ ਕਿ 1678 ਵਿਖੇ ਮੱਘਰ ਦੁਤਿਆ ਸੂਰ ਅਨੁੱਤਰ। ਤੇ ਮੱਘਰ ਦੇ ਮਹੀਨੇ ਵਿੱਚ ਦੂਸਰੇ ਦਿਨ ਇਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਅਵਤਾਰ ਹੁੰਦਾ ਹੈ। ਤਮ ਮਮ ਨੰਦਨ ਜਨਮ ਲਏ ਹੈ। ਉਦੋਂ ਮੇਰੇ ਸਪੁੱਤਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਅਵਤਾਰ ਹੁੰਦਾ ਹੈ। ਅਬ 45 ਬਰਖ ਭਏ ਹੈ। ਕਹਿੰਦੇ ਹੁਣ ਪੂਰੇ 45 ਸਾਲ ਜਿਹੜੇ ਨੇ ਉਹ ਬਤੀਤ ਹੋ ਚੁੱਕੇ ਹਨ। ਸੰਮਤ 17 ਸੈ ਅਬ ਚੀਨ। ਕਹਿੰਦੇ ਹੁਣ 1700 ਅੱਗੇ ਪੜਨਾ ਕਰੋ ਜੀ। ਉਪਰ ਬਿਤੇ 20 ਹੋ ਤੀਨ। ਕਹਿੰਦੇ 20 ਤੇ 3 ਇਸ ਤਰ੍ਹਾਂ 1723 ਸੰਮਤ ਜਿਹੜਾ ਹੈ
ਉਹ ਬਤੀਤ ਹੋ ਚੁੱਕਿਆ ਹੈ ਤੇ ਕੁੱਲ ਮਿਲਾ ਕੇ ਤਕਰੀਬਨ 45 ਸਾਲ ਹੋ ਚੁੱਕੇ ਹਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ। ਸ੍ਰੀ ਨਾਨਕ ਕੀ ਕਿਰਪਾ ਉਦਾਰਾ। ਇਸ ਤਰ੍ਹਾਂ 45 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਸ਼ੇਸ਼ ਕਿਰਪਾ ਹੋਈ ਹੈ। ਜਿਸ ਤੇ ਸੁਤ ਕੋ ਪੁੱਤਰ ਨਿਹਾਰਾ। ਇਸ ਤਰ੍ਹਾਂ 45 ਸਾਲ ਦੀ ਉਮਰ ਵੇਖੇ ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸੁਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ। ਪੰਚਾਮ੍ਰਿਤ ਸਮੂਹ ਕਰਵਾਇਓ। ਮਾਤ ਨਾਨਕੀ ਜੀ ਤੇ ਮਾਤ ਗੁਜਰੀ ਜੀ ਨੇ ਬੜੇ ਸਤਿਕਾਰ ਦੇ ਨਾਲ ਪੰਚਾਮ੍ਰਿਤ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਹੈ। ਸਭ ਸਿੱਖਿਆਨ ਕੇ ਘਰ ਪਹੁੰਚਾਇਓ। ਤੇ ਕੜਾ ਪ੍ਰਸ਼ਾਦ ਤਿਆਰ ਕਰਕੇ ਜਿਹੜੇ ਵੀ ਗੁਰਸਿੱਖ ਸਨ ਪਰਿਵਾਰਾਂ ਸਮੇਤ ਰਹਿ ਰਹੇ ਸਨ ਉਹਨਾਂ ਪਰਿਵਾਰਾਂ ਦੇ ਵਿੱਚ ਕੜਾ ਪ੍ਰਸ਼ਾਦ ਪਹੁੰਚਾਉਣਾ ਕੀਤਾ। ਦੇਤ ਲੇਤ ਕੇ ਹਿਰਦੇ ਆਨੰਦ। ਸੰਗਤਾਂ ਜਿਹੜੀਆਂ ਨੇ ਪ੍ਰਸ਼ਾਦ ਲੈਂਦੀਆਂ ਨੇ ਤੇ ਸੰਗਤਾਂ ਪ੍ਰਸ਼ਾਦ ਗਾਂ ਵੰਡਦੀਆਂ ਵੀ ਨੇ। ਇਸ ਤਰ੍ਹਾਂ ਦਿੰਦਿਆਂ ਲੈਂਦਿਆਂ ਬਹੁਤ ਸਾਰਾ ਸੰਗਤ ਦੇ ਵਿੱਚ ਉਤਸ਼ਾਹ ਤੇ ਆਨੰਦ ਪੈਦਾ ਹੋਇਆ ਹੈ। ਅਤ ਚਾਹਤ ਕੈ ਉਪਜਿਓ ਆਨੰਦ। ਬਹੁਤਾ ਸਾਧ ਸੰਗਤ ਜੀ ਚਾਹ ਜਿਹੜਾ ਹੈ ਆਨੰਦ ਜਿਹੜਾ ਹੈ ਸੁਪੁੱਤਰ ਦੇ ਪੈਦਾ ਹੋਣ ਦਾ ਸਾਰੀਆਂ ਸੰਗਤਾਂ ਦੇ ਮਨਾਂ ਵਿੱਚ ਹੈ। ਸ੍ਰੇਯ ਸਹਿਤ ਹੋਏ ਉਮਰ ਦਰਾਜ। ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤ ਅਰਦਾਸਾਂ ਕਰਦੇ ਨੇ ਕਿ ਸੁਪੁੱਤਰ ਦੀ ਵੱਡੀ ਲੰਮੇਰੀ ਉਮਰ ਹੋਵੇ। ਲਹੋ ਆਨੰਦ ਬਿਲੰਦ ਸਮਾਜ। ਤੇ ਸਾਰੇ ਸਮਾਜ ਵਿੱਚ ਬਹੁਤ ਹੀ ਆਨੰਦ ਨੂੰ ਤੇ ਸੁਖ ਨੂੰ ਸਾਹਿਬਜ਼ਾਦਾ ਜੀ ਭੋਗਣਾ ਕਰਨ। ਸ੍ਰੀ ਗੁਜਰੀ ਸਭ ਮਤ ਗੁਰ ਘਰਨੀ। ਮਾਤਾ ਗੁਜਰੀ ਜੀ ਜੋ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸੁਪਤਨੀ ਹਨ। ਚਿਰੰਕਾਲ ਸੁਤ ਬਾਛਾ ਧਰਨੀ। ਬਹੁਤ ਸਮੇਂ ਤੋਂ ਸੁਪੁੱਤਰ ਦੀ ਇੱਛਾ ਮਨ ਦੇ ਵਿੱਚ ਉਹਨਾਂ ਨੇ ਰੱਖੀ ਸੀ। ਸ੍ਰੀ ਪਰਮੇਸ਼ਵਰ ਪੂਰਨ ਕਰੀ। ਹੁਣ ਵੇਖੋ ਅਕਾਲ ਪੁਰਖ ਵਾਹਿਗੁਰੂ ਨੇ ਪਰਮ ਈਸ਼ਵਰ ਵੱਡੇ ਈਸ਼ਵਰ ਸਾਰਿਆਂ ਦੇ ਵੱਡੇ ਈਸ਼ਵਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਮਾਤ ਗੁਜਰੀ ਜੀ ਦੀ ਇੱਛਾ ਨੂੰ ਪੂਰੀਆਂ ਕਰਨਾ ਕੀਤਾ ਹੈ। ਵਿੱਚ ਪਰਦੇਸ ਆਏ ਪੁਰ ਥਿਰੇ। ਕਹਿੰਦੇ ਵੇਖੋ ਪੰਜਾਬ ਦਾ ਇਲਾਕਾ ਛੱਡ ਕਰਕੇ ਪ੍ਰਦੇਸ਼ ਦੇ ਵਿੱਚ ਆਣ ਕਰਕੇ ਪਟਨਾ ਸਾਹਿਬ ਵਿਖੇ ਇੱਥੇ ਟਿਕਣਾ ਕੀਤਾ। ਭਈ ਪਰਸੂਤ ਸਪੂਤ ਨਿਹਾਰਾ। ਹੁਣ ਪਰਸੂਤਾ ਭਾਵ ਨੂੰ ਧਾਰਨ ਕਰਕੇ ਤੇ ਸੁਪੁੱਤਰ ਦੀ ਪ੍ਰਾਪਤੀ ਹੋਈ ਹੈ ਮਾਤਾ ਗੁਜਰੀ ਜੀ ਦੇ ਤਾਈ। ਚਿਰ ਜੀਵੋ ਸਤਿਗੁਰੂ ਕੁਮਾਰਾ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਬਲੇਸਿੰਗਸ ਵੀ ਦਿੰਦੀਆਂ ਨੇ ਇਸ ਤਰ੍ਹਾਂ ਅਸੀਸ ਵੀ ਦਿੰਦੀਆਂ ਨੇ ਕਿ ਸਤਿਗੁਰੂ ਜੀ ਬਾਲਾ ਪ੍ਰੀਤਮ ਜੀ ਚਿਰੰਕਾਲ ਜੀਵਨੀ ਹੋਵੇ ਉਹਨਾਂ ਦੀ ਲੰਬੀ ਉਮਰ ਵਾਲੀ ਹੋਵੇ। ਦੇਖ ਬਿਲੋਚਨ ਕੋ ਸਿਰਾਤੀ। ਵੇਖ ਕਰਕੇ ਸਾਧ ਸੰਗਤ ਜੀ ਸਤਿਗੁਰਾਂ ਦੇ ਦਰਸ਼ਨ ਨੂੰ ਅੱਖਾਂ ਜਿਹੜੀਆਂ ਨੇ ਠੰਡੀਆਂ ਹੋ ਜਾਂਦੀਆਂ ਹਨ। ਹੋਏ ਆਨੰਦ ਤੇ ਸੀਤਲ ਛਾਤੀ। ਜਿਹੜੇ ਵੀ ਸਾਧ ਸੰਗਤ ਜੀ ਲੋਕੀ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ ਉਹਨਾਂ ਨੂੰ ਮਨ ਦੇ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਤਿਆਦਿਕ ਬੋਲਤ ਨਰ ਨਾਰੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਾਤਾਂ ਮਨੁੱਖ ਤੇ ਇਸਤਰੀ ਆਪਸ ਵਿੱਚ ਕਰ ਰਹੀਆਂ ਹਨ। ਉਤਸਵ ਤੇ ਪ੍ਰਮੋਦ ਰਿਦ ਭਾਰੀ। ਬੜਾ ਸਾਧ ਸੰਗਤ ਜੀ ਉਤਸਵ ਹੋਇਆ ਹੈ ਬੜਾ ਸਾਰਿਆਂ ਦੇ ਹਿਰਦੇ ਵਿੱਚ ਪ੍ਰੇਮ ਪੈਦਾ ਹੋਇਆ ਹੈ। ਮਾਤਾ ਵੱਡੀ ਨਾਨਕੀ ਤਬੈ। ਉਦੋਂ ਵੱਡੇ ਮਾਤਾ ਨਾਨਕੀ ਜੀ ਰੱਛਾ ਕੇ ਉਪਾਵ ਕਰ ਸਮੈ। ਖੰਡ ਹੋਣ ਕਰਕੇ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਬਾਲਕ ਰੂਪ ਬਾਲਾ ਪ੍ਰੀਤਮ ਸਤਿਗੁਰਾਂ ਦੀ ਬਹੁਤ ਸਾਰੇ ਤਰ੍ਹਾਂ ਦੀ ਰੱਖਿਆ ਕਰਦੀ ਹੈ। ਦਿਨ ਪ੍ਰਤ ਮੰਗਲ ਰਚਿਤ ਵਿਸਾਲਾ। ਇਸ ਤਰ੍ਹਾਂ ਸਾਧ ਸੰਗਤ ਜੀ ਦਿਨ ਰਾਤ ਸਾਰੇ ਪਾਸੇ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਆਏ ਹਜ਼ਾਰੋਂ ਪੁਰ ਕੀ ਬਾਲਾ। ਹਜ਼ਾਰਾਂ ਹੀ ਸਾਧ ਸੰਗਤ ਜੀ ਸੰਗਤਾਂ ਜਿਹੜੀਆਂ ਨੇ ਨਗਰ ਦੀਆਂ ਇਸਤਰੀਆਂ ਆ ਰਹੀਆਂ ਹਨ।
ਦਰਸ਼ਨ ਕਰਨ ਵਾਸਤੇ। ਮਨ ਭਾਵਤ ਗਾਵਤ ਸੁਭ ਗੀਤ, ਮਨ ਭਾਉਂਦੇ ਗੀਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗੁਣਨਵਾਦ ਕਰ ਰਹੀਆਂ ਹਨ। ਦਰਸੈ ਬਾਲਕ ਪਰਮ ਪੁਨੀਤ, ਪਵਿੱਤਰ 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 ਪੁਨੀਤ, ਇਸ ਤਰ੍ਹਾਂ ਪੁਨੀਤ ਬਾਲਕ ਦੇ ਤਾਈਂ ਸੰਗਤਾਂ ਆਣ ਕਰਕੇ ਦਰਸ਼ਨ ਕਰ ਰਹੀਆਂ ਹਨ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਲਕ ਰੂਪ ਵਿੱਚ ਸਾਰੀਆਂ ਸੰਗਤਾਂ ਦੇ ਮਨਾਂ ਨੂੰ ਸ਼ਾਂਤ ਕਰ ਰਹੇ ਨੇ। ਇੱਥੇ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਆਪਾਂ ਸਾਧ ਸੰਗਤ ਗੁਰਪੁਰਬ ਤੱਕ ਸੁਣਨਾ ਹੈ। ਸੋ ਵਿਸ਼ੇਸ਼ ਇੱਕ ਅਨਾਉਂਸਮੈਂਟ ਵੀ ਆਪਾਂ ਕਰਨੀ ਹੈ। ਮਾਣਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਵਿਸ਼ੇਸ਼ ਬੇਨਤੀ ਹੈ ਕਿ ਸਾਰੇ ਖਾਲਸਾ ਪੰਥ ਅਤੇ ਸਮੂਹ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮੀਆਂ ਨੂੰ ਅਪੀਲ ਹੈ ਕਿ 27 ਦਸੰਬਰ 2020 ਸਵੇਰੇ 10 ਵਜੇ ਤੋਂ 10:15 ਤੱਕ 4 ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੇ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰਨਾ ਹੈ। ਇਹ ਜਾਪ ਸਾਧ ਸੰਗਤ ਜੀ ਵਿਸ਼ੇਸ਼ ਕਰਕੇ 4 ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਸਾਡੇ ਵੱਲੋਂ ਇਹਨਾਂ ਸਾਧ ਸੰਗਤ ਜੀ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਿਆਂ ਹੋਇਆਂ ਇਹ ਮੂਲ ਮੰਤਰ ਦਾ ਜਾਪ ਜਿਹੜਾ ਹੈ ਸਾਰੀਆਂ ਵਿਸ਼ਵ ਭਰ ਦੀਆਂ ਸੰਗਤਾਂ ਨੇ ਕਰਨਾ ਹੈ। ਇਹ ਬੇਨਤੀ ਪ੍ਰਵਾਨ ਕਰਨੀ ਹੈ। ਭੁੱਲ ਚੁੱਕ ਦੀ ਖਿਮਾ ਜੀ। ਦਿਨ ਪ੍ਰਤ ਮੰਗਲ ਰਚਿਤ ਵਿਸਾਲਾ, ਆਏ ਹਜ਼ਾਰੋਂ ਪੁਰ ਕੀ ਬਾਲਾ। ਮਨ ਭਾਵਤ ਗਾਵਤ ਸੁਭ ਗੀਤ, ਦਰਸਹਿ ਬਾਲਕ ਪਰਮ ਪੁਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ